ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟਾਪ ਨਿਊਜ਼ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ 8 ਜੂਨ ਦੀਆਂ ਹੁਣ ਤੱਕ ਦੀਆਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ। ਭਾਰਤੀ ਮੌਸਮ ਵਿਭਾਗ ਦੇ ਮੁਤਾबिक ਮੌਨਸੂਨ ਭਾਰਤ ਪਹੁੰਚ ਗਿਆ ਹੈ। ਕੇਰਲਾ ਦੇ ਵਿੱਚ ਦਸਤਕ ਦੇ ਦਿੱਤੀ ਹੈ। ਇਸ ਸਾਲ ਮੌਨਸੂਨ ਹਾਲਾਂਕਿ ਕਈ ਦਿਨ ਪਛੜ ਕੇ ਕੇਰਲਾ ਪਹੁੰਚਿਆ ਹੈ। 4 ਜੂਨ ਨੂੰ ਪਹੁੰਚਣਾ ਸੀ। ਪਹਿਲੀ ਤੋਂ ਲੈ ਕੇ 4 ਜੂਨ ਤੱਕ ਆਮ ਤੌਰ ਤੇ ਹਰ ਸਾਲ ਮੌਨਸੂਨ ਕੇਰਲਾ ਪਹੁੰਚ ਜਾਂਦਾ ਹੁੰਦਾ ਹੈ ਤੇ ਹੌਲੀ-ਹੌਲੀ ਹੁਣ ਪੂਰੇ ਦੇਸ਼ ਦੇ ਵਿੱਚ ਫੈਲੇਗਾ। ਤੇ ਮੌਸਮ ਵਿਭਾਗ ਚੰਡੀਗੜ੍ਹ ਦੀ ਜਾਣਕਾਰੀ ਦੇ ਮੁਤਾबिक ਪੰਜਾਬ ਦੇ ਮੌਸਮ ਦੀ ਜੇ ਗੱਲ ਕਰ ਲਈਏ ਤਾਂ 9 ਜੂਨ ਨੂੰ ਪੱਛਮੀ ਮਾਲਵਾ ਦੇ ਵਿੱਚ ਕਿਤੇ-ਕਿਤੇ ਹਲਕਾ ਮੀਂਹ ਰਹੇਗਾ। ਮਾਝਾ ਦੁਆਬਾ ਤੇ ਪੂਰਬੀ ਮਾਲਵਾ ਦੇ ਵਿੱਚ ਮੌਸਮ ਖੁਸ਼ਕ ਹੀ ਰਹੇਗਾ। 10 ਨੂੰ ਫਿਰ ਮਾਝਾ ਦੁਆਬਾ ਤੇ ਪੱਛਮੀ ਮਾਲਵਾ ਦੇ ਵਿੱਚ ਵੀ ਕਿਤੇ-ਕਿਤੇ ਹਲਕਾ ਮੀਂਹ ਪਊਗਾ। 11 ਜੂਨ ਨੂੰ ਪੂਰੇ ਪੰਜਾਬ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। 12 ਨੂੰ ਮੌਸਮ ਖੁਸ਼ਕ ਰਹੇਗਾ। ਮਾਝਾ ਦੁਆਬਾ ਤੇ ਪੂਰਬੀ ਮਾਲਵਾ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ 11 ਜੂਨ ਨੂੰ ਪੱਛਮੀ ਤੇ ਪੂਰਬੀ ਮਾਲਵਾ ਤੇ 12 ਨੂੰ ਮਾਝਾ ਦੁਆਬਾ ਅਤੇ ਪੂਰਬੀ ਮਾਲਵਾ ਦੇ ਵਿੱਚ ਗਰਜ ਚਮਕ ਨਾਲ ਮੀਂਹ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਦੇ ਵਿੱਚ ਕੋਈ ਵੱਡਾ ਬਦਲਾਅ ਨਾ ਆਉਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਗਈ ਹੈ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ਅਸੀਂ ਇਹ ਜ਼ਰੂਰ ਦੱਸ ਦਿੰਨੇ ਹੁੰਦੇ ਹਾਂ ਕਿ ਮੌਸਮ ਵਿਭਾਗ ਦੀ ਪੇਸ਼ੀਨਗੋਈ ਹੁੰਦੀ ਹੈ ਜਿਹੜੀ ਹਰ 24 ਘੰਟੇ ਬਾਅਦ ਬਦਲਦੀ ਰਹਿੰਦੀ ਹੈ, ਕਿਉਂਕਿ ਰੋਜ਼ਾਨਾ ਅਸੀਂ ਮੌਸਮ ਦੱਸਦੇ ਹਾਂ, ਪੂਰੇ ਤੱਥਾਂ ਸਮੇਤ ਦੱਸਦੇ ਹਾਂ। ਜੋ ਮੌਸਮ ਵਿਭਾਗ ਪੇਸ਼ ਕਰਦਾ ਹੈ ਉਹੀ ਅਸੀਂ ਅੱਗੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਪਰ ਇਹ ਜ਼ਰੂਰ ਜਾਣਨ ਦੀ ਲੋੜ ਹੈ ਕਿ ਮੌਸਮ 24 ਘੰਟੇ ਬਾਅਦ ਬਦਲਦਾ ਰਹਿੰਦਾ ਹੈ। ਮੌਸਮ ਦੇ ਜਿਹੜੇ ਫੋਰਕਾਸਟ ਹੈ, ਵੈਦਰ ਫੋਰਕਾਸਟ ਹੈ, ਉਹ ਵੀ 24 ਘੰਟੇ ਬਾਅਦ ਬਦਲਦਾ ਰਹਿੰਦਾ ਹੈ ਤੇ ਜੋ ਸੰਭਾਵਨਾ ਜਤਾਈ ਜਾਂਦੀ ਹੈ 70% ਤੱਕ ਤਾਂ ਠੀਕ ਹੁੰਦੀ ਹੈ। ਕਈ ਵਾਰੀ ਉਹ ਗਲਤ ਵੀ ਸਾਬਿਤ ਹੋ ਜਾਂਦੀ ਹੈ, ਕਿਉਂਕਿ ਕੁਦਰਤ ਹੈ। ਕੁਦਰਤ ਦੇ ਜਿਹੜੇ ਬਦਲਾਅ ਨੇ ਉਹ ਕੁਦਰਤ ਦੇ ਹੱਥ ਵਿੱਚ ਹੀ ਹੁੰਦੇ ਨੇ। ਇਨਸਾਨ ਸਿਰਫ ਤੇ ਸਿਰਫ ਅੰਦਾਜ਼ੇ ਲਾ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਮੌਸਮ ਵਿਭਾਗ ਹੈ ਉਹ ਵੀ ਅੰਦਾਜ਼ੇ ਦੇ ਨਾਲ ਆਪਾਂ ਨੂੰ ਜਾਣਕਾਰੀ ਦਿੰਦਾ ਹੁੰਦਾ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ। ਗੱਲ ਕਰਾਂਗੇ ਸਮੁੰਦਰੋਂ ਪਾਰ ਪੰਜਾਬੀਆਂ ਦੇ ਲੱਗੇ ਵੱਡੇ ਮੋਰਚੇ ਦੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਕ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਚੱਲ ਰਹੀ ਅਨਿਸ਼ਚਿਤਤਾ ਬਾਰੇ ਸੰਸਦ ਦੇ ਵਿੱਚ ਇੱਕ ਵੱਡਾ ਗੱਲ ਕਰਾਂਗੇ ਸਮੁੰਦਰੋਂ ਪਾਰ ਪੰਜਾਬੀਆਂ ਦੇ ਲੱਗੇ ਵੱਡੇ ਮੋਰਚੇ ਦੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਕ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਚੱਲ ਰਹੀ ਅਨਿਸ਼ਚਿਤਤਾ ਬਾਰੇ ਸੰਸਦ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈ, ਜੋ ਕੈਨੇਡਾ ਦੇ ਵਿੱਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਲਈ ਵੱਡੀ ਰਾਹਤ ਭਰਿਆ ਹੈ, ਕਿਉਂਕਿ ਇਹ ਜਿਹੜੇ ਵਿਦਿਆਰਥੀ ਨੇ ਉੱਥੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਵਿੱਚ ਵੱਡੀ ਗਿਣਤੀ ਪੰਜਾਬੀ ਵਿਦਿਆਰਥੀ ਨੇ। ਫਰਜ਼ੀ ਦਾਖਲਾ ਪੱਤਰਾਂ ਦੇ ਕਾਰਨ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਹਰੇਕ ਕੇਸ ਦਾ ਮੁਲਾਂਕਣ ਕਰਨਗੇ। ਧੋਖਾਧੜੀ ਦੇ ਪੀੜਤਾਂ ਨੂੰ ਆਪਣਾ ਪੱਖ ਰੱਖਣ ਤੇ ਬੇਕਸੂਰ ਹੋਣ ਬਾਰੇ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਜਾਊਗਾ। ਟਰੂਡੋ ਨੇ ਪਾਰਲੀਮੈਂਟ ਵਿੱਚ ਬਹਿਸ ਦੌਰਾਨ ਕਿਹਾ ਕਿ ਮੈਂ ਇਸ ਮਾਮਲੇ ਤੋਂ ਜਾਣੂ ਹਾਂ। ਸਾਡਾ ਧਿਆਨ ਪੀੜਤਾਂ ਨੂੰ ਸਜ਼ਾ ਦੇਣ ਦੀ ਬਜਾਏ ਦੋਸ਼ੀਆਂ ਦੀ ਪਛਾਣ ਕਰਨਾ ਹੈ। ਪ੍ਰਧਾਨ ਮੰਤਰੀ ਨੇ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੇ ਵੱਲੋਂ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਪੀੜਤ ਵਿਦਿਆਰਥੀਆਂ ਦੀ ਸਥਿਤੀ ਬਾਰੇ ਚਿੰਤਾਵਾਂ ਦਾ ਜਵਾਬ ਦਿੰਦਿਆਂ ਵੱਡਾ ਬਿਆਨ ਦਿੱਤਾ ਹੈ। ਕਹਿੰਦੇ ਧੋਖਾਧੜੀ ਦੇ ਪੀੜਤਾਂ ਨੂੰ ਆਪਣਾ ਪੱਖ ਰੱਖਣ ਤੇ ਉਹਨਾਂ ਨੂੰ ਆਪਣੇ ਸਮਰਥਨ ਦੇ ਵਿੱਚ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਜਾਊਗਾ। ਅਸੀਂ ਕਹਿੰਦੇ ਕੌਮਾਂਤਰੀ ਵਿਦਿਆਰਥੀਆਂ ਦੇ ਵੱਲੋਂ ਸਾਡੇ ਦੇਸ਼ ਦੇ ਵਿੱਚ ਪਾਏ ਗਏ ਅਥਾਹ ਯੋਗਦਾਨ ਦਾ ਸਨਮਾਨ ਕਰਦੇ ਹਾਂ। ਧੋਖਾਧੜੀ ਦੇ ਪੀੜਤਾਂ ਦੀ ਸਹਾਇਤਾ ਦੇ ਲਈ ਅਸੀਂ ਵਚਨਬੱਧ ਹਾਂ। Mr. Speaker, we are deeply aware of cases of international students facing removal orders over fraudulent college acceptance letters. To be clear, our focus is on identifying the culprits, not penalizing the victims. Victims of fraud will have an opportunity to demonstrate their situation and present evidence to support their case. We recognize the immense contributions international students bring to our country, and we remain committed to supporting victims of fraud as we evaluate each case. ਐਨਡੀਪੀ ਲੀਡਰ ਜਗਮੀਤ ਸਿੰਘ ਨੇ ਸਵਾਲ ਕੀਤਾ ਸੀ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਕਿ ਕੀ ਇਮੀਗ੍ਰੇਸ਼ਨ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਪੱਕੀ ਨਾਗਰਿਕਤਾ ਦੇਣ ਦੇ ਲਈ ਪ੍ਰਧਾਨ ਮੰਤਰੀ ਵਿਚਾਰ ਕਰਨਗੇ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬੜਾ ਪੋਜ਼ਿਟਿਵ ਜਵਾਬ ਦਿੱਤਾ। Punjabi international students who place their trust in unscrupulous consultants in India have been defrauded and are now facing the devastating consequences of deportation. I'll be asking for a unanimous consent motion later on to support these students, but my question is to the Prime Minister. Will the Prime Minister stay the deportation of all these students that are impacted and provide a pathway to permanent residency for these students? The Honourable Prime Minister.
ਤੇ ਕੈਨੇਡੀਅਨ ਪੀਐਮ ਦੀ ਟਿੱਪਣੀ ਉਸ ਵਕਤ ਆਈ ਹੈ ਜਦੋਂ ਸੈਂਕੜੇ ਭਾਰਤੀ ਵਿਦਿਆਰਥੀ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਨੇ ਉਹ ਕੈਨੇਡਾ ਦੇ ਵਿੱਚ ਸੜਕਾਂ ਤੇ ਉਤਰੇ ਹੋਏ ਨੇ, ਕਹਿ ਰਹੇ ਨੇ ਕਿ ਉਹਨਾਂ ਨੂੰ ਭਾਰਤ ਵਿੱਚ ਏਜੰਟਾਂ ਨੇ ਧੋਖਾ ਦਿੱਤਾ ਹੈ, ਸਾਡਾ ਕੋਈ ਕਸੂਰ ਨਹੀਂ ਹੈ। ਵਿਦਿਆਰਥੀਆਂ ਨੇ 29 ਮਈ ਤੋਂ ਮਿਸਿਸਾਗਾ ਦੇ 에ਅਰਪੋਰਟ ਰੋਡ ਤੇ CBSE ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਲਾਇਆ ਹੋਇਆ। ਗੁਰੂ ਕੇ ਲੰਗਰ ਵੀ ਇੱਥੇ ਚੱਲ ਰਹੇ ਨੇ ਤੇ ਕਈ ਲੋਕ ਸੋਸ਼ਲ ਮੀਡੀਆ ਤੇ ਇਸ ਅੰਦੋਲਨ ਨੂੰ ਭਾਰਤ ਦੇ ਵਿੱਚ ਸਿੰਘੂ ਬਾਰਡਰ ਸਮੇਤ ਹੋਰ ਬਾਰਡਰਾਂ ਤੇ ਹੋਏ ਧਰਨੇ ਨਾਲ ਜੋੜ ਕੇ ਵੀ ਦੇਖ ਰਹੇ ਹਨ। ਵਿਦਿਆਰਥੀਆਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਨੇ ਜਿਨ੍ਹਾਂ ਤੇ ਡਿਪੋਰਟੇਸ਼ਨ ਵਿਰੁੱਧ ਇਕਜੁੱਟ ਹੋਵੋ, ਬੰਦ ਕਰੋ ਡਿਪੋਰਟੇਸ਼ਨ ਅਤੇ ਸਾਨੂੰ ਨਿਆਂ ਚਾਹੀਦਾ ਹੈ ਵਰਗੇ ਸਲੋਗਨ ਲਿਖੇ ਹੋਏ ਨੇ। Today was the 10th day of protest of international students who were facing deportation because of the misrepresentation that was done by their consultants, by the agents in India. And it's today a very good news came out when the Standing Committee of Immigration they passed a motion in support of international students by stopping their deportations and providing them new pass of PR. So this is a great day for the students, but still we are missing some steps. Still we are waiting for Mr. Marco Mendicino to stop the deportations because he is the Minister of Public Safety Canada. So we are requesting Minister to act upon these motions as fast as possible because the next deportation of Lovepreet Singh is coming on next week on 30th of June. So we are requesting everyone to please support our campaign, and also we want to give special thanks to Mr. Brad and Mr. Jenny Cohen who pushed the motion in the standing committee and helped the students. Thank you. ਕੈਨੇਡਾ ਦੀ ਇਮੀਗ੍ਰੇਸ਼ਨ ਸਟੈਂਡਿੰਗ ਕਮੇਟੀ ਵੀ ਵਿਦਿਆਰਥੀਆਂ ਦੇ ਹੱਕ ਵਿੱਚ ਨਿਤਰੀ ਹੈ। ਵਿਦਿਆਰਥੀਆਂ ਦੇ ਹੱਕ ਵਿੱਚ ਮਤਾ ਪਾਸ ਕਰਕੇ PR ਦੇਣ ਦੀ ਵਕਾਲਤ ਕੀਤੀ ਗਈ ਹੈ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬ੍ਰੈਡ ਰੇਡੇਕੋਪ ਨੇ ਵੀ ਕਿਹਾ ਕਿ ਦੇਸ਼ ਦੇ ਵਿੱਚ ਇਮੀਗ੍ਰੇਸ਼ਨ ਕਮੇਟੀ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਸਤਾਵ ਪਾਸ ਕੀਤਾ ਗਿਆ। ਉਹਨਾਂ ਨੇ ਵੀਡੀਓ ਜਾਰੀ ਕਰਕੇ ਦੱਸਿਆ ਕਿ ਇਸ ਪ੍ਰਸਤਾਵ ਦੇ ਪਾਸ ਹੋਣ ਨਾਲ ਕੈਨੇਡਾ ਵਿੱਚ ਪੜ੍ਹਨ ਆਏ ਵਿਦਿਆਰਥੀਆਂ ਨੂੰ ਰਾਹਤ ਮਿਲ ਸਕਦੀ ਹੈ ਤੇ ਉਹਨਾਂ ਲਈ ਸੌਖਾ ਵੀ ਹੋਵੇਗਾ ਜਿਹੜੇ ਕਿ ਦੇਸ਼ ਦੀ ਨਾਗਰਿਕਤਾ ਲੈਣਾ ਚਾਹੁੰਦੇ ਨੇ। Brad Redekop here. Just got out of Immigration Committee here in Ottawa on Wednesday night. It's about 9 o'clock. I got good news. We finally approved a motion to study the issue of fake college acceptance letters for these Indian students who are suffering here in Canada right now. I tried a different approach because, as you know, I've tried 4 times before this to get this motion debated and approved at the Immigration Committee. 4 times the NDP and the Liberals voted against it. They voted it down. This time, tried a different approach. I worked to get the business out of the way that they were complaining about so that we could actually get to this motion and talk about it, and it worked. And so we got a chance to talk about it tonight. And I didn't even care whose motion it was that got through tonight. And so we got the job done. We're going to be doing a study. The ministers are going to come in and try to get to the bottom of why this happened so that we can, first of all, make it right for the students that are here in Canada. They shouldn't be suffering from this when they go to apply for PRs. And secondly, to prevent this from happening again, so that there aren't more students in the future that are suffering from this exact same problem. So good news, we got it done. There's still lots more to do. We still haven't got Lovepreet's deportation stopped. That's something that only the Liberals can do, and so we need to keep pushing for that. But we've moved forward tonight. I feel good that we at least got some progress tonight. So thanks for everybody who's been encouraging me and helping out, and hopefully we can get to the next step now. ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸਿਨ ਫਰੇਜ਼ਰ ਨੇ ਵੀ ਇੱਕ ਟਵੀਟ ਸਾਂਝਾ ਕਰਕੇ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਸੋ ਕੈਨੇਡਾ ਦੇ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਦੇ ਵਿੱਚੋਂ ਜ਼ਿਆਦਾਤਰ ਪੰਜਾਬੀ ਨੇ, ਇਸ ਲਈ ਮਾਮਲਾ ਪੰਜਾਬ ਦੇ ਕਈ ਸਿਆਸੀ ਲੀਡਰ ਵੀ ਲਗਾਤਾਰ ਚੁੱਕ ਰਹੇ ਨੇ। ਪੰਜਾਬ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਸੰਬੰਧੀ ਭਾਰਤ ਦੇ ਵਿਦੇਸ਼ ਮੰਤਰੀ ਨੂੰ ਕਈ ਚਿੱਠੀਆਂ ਵੀ ਲਿਖੀਆਂ ਨੇ ਤੇ ਨਿੱਜੀ ਬੈਠਕ ਦੇ ਲਈ ਸਮਾਂ ਮੰਗਿਆ ਹੈ। ਪੰਜਾਬ ਸਰਕਾਰ ਨੇ ਇਸ ਮਸਲੇ ਦੇ ਹੱਲ ਲਈ ਇੱਕ ਕਮੇਟੀ ਵੀ ਬਣਾਈ ਹੈ ਜਿਸ ਦੀ ਵੀਰਵਾਰ ਨੂੰ ਅਹਿਮ ਬੈਠਕ ਹੋਈ। ਪੰਜਾਬ ਦੇ NRI ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਡਵੋਕੇਟ ਜਨਰਲ ਵਿਨੋਦ ਘਈ ਦੇ ਨਾਲ ਵਿਦਿਆਰਥੀਆਂ ਦੀ ਕਾਨੂੰਨੀ ਪੱਖ ਤੋਂ ਮਦਦ ਕਰਨ ਦੇ ਲਈ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਵਿਦਿਆਰਥੀਆਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੇ ਨਿਰਦੇਸ਼ ਵੀ ਦੇ ਦਿੱਤੇ ਨੇ। ਪੰਜਾਬ ਸਰਕਾਰ ਸਾਰੇ 700 ਭਾਰਤੀ ਵਿਦਿਆਰਥੀਆਂ ਦੇ ਲਈ ਲੌਬਿੰਗ ਕਰਕੇ ਉਹਨਾਂ ਦੇ ਦੇਸ਼ ਨਿਕਾਲੇ ਦੇ ਖਤਰੇ ਨੂੰ ਟਾਲਣ ਦੀ ਕਹਿੰਦੇ ਕੋਸ਼ਿਸ਼ ਕਰ ਰਹੀ ਹੈ। ਮੰਤਰੀ ਧਾਲੀਵਾਲ ਨੇ ਦੱਸਿਆ ਕਿ AG ਦੇ ਨਾਲ ਗੱਲ ਕਰਕੇ ਸਾਰੇ ਕਾਨੂੰਨੀ ਪਹਿਲੂਆਂ ਤੇ ਵਿਚਾਰ ਕੀਤਾ ਹੈ। ਨਾਲ ਹੀ ਉਹਨਾਂ ਨੇ ਇਮੀਗ੍ਰੇਸ਼ਨ ਕੇਸ ਦੇ ਨਾਲ ਸੰਬੰਧਿਤ ਵਕੀਲ ਲੱਭਣ ਅਤੇ ਵਿਦਿਆਰਥੀਆਂ ਦੇ ਕੇਸ ਦੀ ਪੈਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਦਖਲ ਦੇਣ ਦੀ ਅਪੀਲ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਵੀ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਸ਼ੁਰੂ ਤੋਂ ਹੀ ਵਿਦੇਸ਼ ਮੰਤਰਾਲੇ ਤੇ ਹਾਈ ਕਮਿਸ਼ਨ ਨੇ ਮਾਮਲਾ ਚੁੱਕਿਆ ਹੈ। ਅਸੀਂ ਸਖਤੀ ਦੇ ਨਾਲ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤੇ ਹੁਣ ਕੈਨੇਡਾ ਸਰਕਾਰ ਨੇ ਇਨਸਾਫ ਦਾ ਵਾਅਦਾ ਕੀਤਾ ਹੈ। ਕਹਿੰਦੇ ਮੈਨੂੰ ਲੱਗਦਾ ਹੈ ਕੈਨੇਡੀਅਨ ਸਿਸਟਮ ਇਸ ਮਾਮਲੇ ਦੇ ਵਿੱਚ ਨਿਰਪੱਖ ਹੈ ਤੇ ਨਿਆਂ ਹੋਵੇਗਾ। So let me start with Canada. For some time now, there is this case of students who the Canadians say did not study in the college which they should have studied, and when they applied for a work permit, they got into difficulties. From the very start, we, meaning the foreign ministry here, as well as our High Commission and the consulates in Canada, have taken up their case, and our point is that look, the students studied in good faith. If there were people who misled them, the people who misled them, the culpable parties should be acted against. It is unfair to punish a student who undertook their education in good faith. The latest report that I got, in fact only this morning, was that I think yesterday the Canadian Prime Minister also kind of made a statement in the House of Commons there, and the minister also tweeted something, and they have also been talking to our High Commission out there. I think the Canadians also accept that it would be unfair. I mean, if a student has done no wrong, and I don't know if all the cases are the same. I mean, there is a granularity about it which, sitting at this distance, neither you or I can judge. If if a student has done no wrong, they accept the idea that they have to find some solution for it. So we will continue to press, and I would very much hope that the Canadian system is fair in that regard. Regarding this float issue used, ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਨੀ ਅਤੇ ਅਕਾਲੀ ਦਲ ਦੀ ਐਮਪੀ ਹਰਸਿਮਰਤ ਕੌਰ ਬਾਦਲ ਵੀ ਇਹ ਮਾਮਲਾ ਮੀਡੀਆ ਰਾਹੀਂ ਉਠਾ ਚੁੱਕੇ ਨੇ। ਇਹ ਆਗੂ ਵੀ ਆਪਣੇ ਤੌਰ ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਕਰ ਰਹੇ ਨੇ। ਕੈਨੇਡਾ ਦੇ ਵਿੱਚ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਹਾਲੇ ਵੀ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਹੀ ਹੈ। ਹਾਲਾਂਕਿ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਅਮਰੀਕਾ ਵੀ ਗਏ ਨੇ ਤੇ ਕੈਨੇਡਾ ਚੋਂ ਕੱਢੇ ਜਾਣ ਦੇ ਡਰ ਹੇਠ ਕਰੀਬ 700 ਵਿਦਿਆਰਥੀ ਉੱਥੇ ਸਹਿਮ ਦੇ ਸਾਏ ਹੇਠ ਜਿਉਣ ਨੂੰ ਮਜਬੂਰ ਨੇ। ਕਈ ਮਾਮਲਿਆਂ ਦੇ ਵਿੱਚ ਭਾਰੀ ਫੀਸਾਂ ਤੇ ਜਾਲੀ ਐਡਮਿਸ਼ਨ ਲੈਟਰਸ ਜਾਰੀ ਕੀਤੇ ਗਏ ਨੇ। 27 ਮਾਰਚ ਨੂੰ ਇੱਕ ਸਵਾਲ ਦੇ ਜਵਾਬ ਦੇ ਵਿੱਚ ਗ੍ਰਹਿ ਵਿਭਾਗ ਨੇ ਦੱਸਿਆ ਸੀ ਕਿ 7,50,365 ਵਿਦਿਆਰਥੀ 2022 ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਪੜ੍ਹਾਈ ਕਰਨ ਲਈ ਗਏ ਸਨ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪੰਜਾਬੀ ਭਾਰਤੀ ਵਿਦਿਆਰਥੀਆਂ ਦਾ ਮੁੱਦਾ ਵੱਡੇ ਪੱਧਰ ਤੇ ਉੱਠਿਆ ਹੈ, ਉੱਥੇ ਅਮਰੀਕਾ ਦੇ ਵਿੱਚ ਵੀ ਭਾਰਤੀਆਂ ਦੇ ਵੀਜ਼ੇ ਨੂੰ ਲੈ ਕੇ ਮੁੱਦਾ ਚੁੱਕਿਆ ਹੈ। ਅਮਰੀਕਾ ਦੇ ਇੱਕ ਸੰਸਦ ਮੈਂਬਰ ਨੇ ਭਾਰਤ ਨੂੰ ਆਪਣਾ ਮਹੱਤਵਪੂਰਨ ਭਾਈਵਾਲ ਦੱਸਦੇ ਹੋਏ ਅਮਰੀਕਾ ਦੇ ਰਸੂਖਦਾਰ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਵਿੱਚ ਵੀਜ਼ਾ ਉਡੀਕ ਸਮੇਂ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ। ਸੈਨੇਟ ਦੀ ਵਿਦੇਸ਼ੀ ਸੰਬੰਧੀ ਕਮੇਟੀ ਦੇ ਚੇਅਰਮੈਨ ਕਾਂਗਰਸਮੈਨ ਬੌਬ ਮੈਨੈਂਟਸ ਅਤੇ ਹਾਊਸ ਇੰਡੀਆ ਕਾਕਸ ਦੇ ਸਹਿ ਚੇਅਰਮੈਨ ਮਾਈਕਲ ਵਾਲਟਸ ਨੇ ਕਾਉਂਸਲਰ ਮਾਮਲਿਆਂ ਦੇ ਬਜਟ ਤੇ ਦੋ ਵੱਖ-ਵੱਖ ਸੰਸਦੀ ਸੁਣਵਾਈਆਂ ਦੌਰਾਨ ਵਿਦੇਸ਼ ਨੀਤੀ ਤੇ ਚਰਚਾ ਕੀਤੀ। ਉਹਨਾਂ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੂੰ ਪੁੱਛਿਆ ਕਿ ਭਾਰਤ ਵਿੱਚ ਵੀਜ਼ੇ ਦੇ ਲਈ ਲੋਕਾਂ ਨੂੰ 600 ਦਿਨਾਂ ਤੱਕ ਦਾ ਇੰਤਜ਼ਾਰ ਕਿਉਂ ਕਰਨਾ ਪੈ ਰਿਹਾ ਹੈ, ਯਾਨੀ ਕਿ 2 ਸਾਲ ਦੇ ਕਰੀਬ ਉਹਨਾਂ ਨੂੰ ਵੀਜ਼ੇ ਦੇ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਬਾਈਡਨ ਨੂੰ ਇਹ ਮਾਮਲਾ ਛੇਤੀ ਹੱਲ ਕਰਨਾ ਚਾਹੀਦਾ ਹੈ। ਹੁਣ ਜੋ ਬਾਈਡਨ ਪ੍ਰਸ਼ਾਸਨ ਇਸ ਮਸਲੇ ਤੇ ਕਿੰਨੀ ਕੁ ਗੰਭੀਰਤਾ ਦੇ ਨਾਲ ਵਿਚਾਰ ਕਰੇਗਾ ਇਹ ਵੀ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਆਮ ਤੌਰ ਤੇ ਜਿਹੜਾ ਵੀ ਕੋਈ ਵਿਅਕਤੀ ਚਾਹੇ ਉਹ ਅਮਰੀਕਾ ਦੀ ਨਾਗਰਿਕਤਾ ਲਈ ਜਾਂ ਫਿਰ ਅਮਰੀਕਾ ਦੇ ਟੂਰਿਸਟ ਵੀਜ਼ੇ ਦੇ ਲਈ ਕਿਸੇ ਵੀ ਪ੍ਰਕਾਰ ਦੇ ਵੀਜ਼ੇ ਦੇ ਲਈ ਅਪਲਾਈ ਕਰਦਾ ਤਾਂ ਉਹਦੇ ਲਈ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ। ਅਪਾਇੰਟਮੈਂਟ ਜਦੋਂ ਵੀ ਕੋਈ ਵਿਅਕਤੀ ਲੈਂਦਾ ਹੈ ਤਾਂ ਉਹ 6 ਮਹੀਨੇ 1 ਸਾਲ 2 ਸਾਲ ਦੇ ਵਕਫੇ ਤੋਂ ਬਾਅਦ ਮਿਲ ਰਹੀ ਹੈ। ਇਸ ਕਰਕੇ ਮੁੱਦਾ ਵਾਰੀ-ਵਾਰੀ ਚੁੱਕਿਆ ਜਾਂਦਾ ਰਿਹਾ ਹੈ। ਭਾਰਤ ਦੇ ਕੇਂਦਰੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵੀਰਵਾਰ ਨੂੰ ਦਿੱਲੀ ਦੇ ਵਿੱਚ ਅਫਗਾਨ ਸਿੱਖ ਸ਼ਰਨਾਰਥੀਆਂ ਅਤੇ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੇ ਨਾਲ ਤਿਲਕ ਵਿਹਾਰ ਦੇ ਵਿੱਚ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮਿਲੇ। ਇਸ ਮੌਕੇ ਉਹਨਾਂ ਦੇ ਨਾਲ ਬੀਜੇਪੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ। ਸਿੱਖ ਸ਼ਰਨਾਰਥੀਆਂ ਦੇ ਨਾਲ ਮੁਲਾਕਾਤ ਦਰਮਿਆਨ ਐਸ ਜੈ ਸ਼ੰਕਰ ਨੇ ਕਿਹਾ ਕਿ ਮੈਨੂੰ ਪਤਾ ਹੈ ਬਹੁਤ ਸਾਰੇ ਲੋਕ ਅਫਗਾਨਿਸਤਾਨ ਆਪਣਾ ਘਰ ਛੱਡ ਕੇ ਆਏ ਨੇ, ਪਰ ਰਿਸ਼ਤਾ ਹੁਣ ਵੀ ਹੈ,
ਹੋਣਾ ਵੀ ਚਾਹੀਦਾ ਹੈ, ਤੁਹਾਡਾ ਹੱਕ ਵੀ ਬਣਦਾ ਹੈ ਇੱਥੇ ਰਹਿਣ ਦਾ। ਉਸ ਨੂੰ ਅਸੀਂ ਜਿਉਂਦਾ ਕਿਵੇਂ ਰੱਖਣਾ ਹੈ, ਇਸ ਰਿਸ਼ਤੇ ਨੂੰ, ਇਹ ਅਸੀਂ ਵੇਖਾਂਗੇ। ਸੋ ਜਿਹੜੇ ਅਫਗਾਨਿਸਤਾਨ ਤੋਂ ਆਏ ਸ਼ਰਨਾਰਥੀ ਨੇ ਉਹਨਾਂ ਦੇ ਨਾਲ ਵਿਦੇਸ਼ ਮੰਤਰੀ ਨੇ ਦਿੱਲੀ ਦੇ ਮਹਾਵੀਰ ਨਗਰ ਸਥਿਤ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵਿਖੇ ਮੁਲਾਕਾਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 10 ਜੂਨ ਨੂੰ ਮੰਤਰੀ ਮੰਡਲ ਦੀ ਬੈਠਕ ਸੱਦ ਲਈ ਹੈ ਤੇ ਇਸ ਵਾਰ ਵੀ ਇਹ ਬੈਠਕ ਚੰਡੀਗੜ੍ਹ ਦੇ ਵਿੱਚ ਨਾ ਹੋ ਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਮੀਟਿੰਗ ਲੋਕਾਂ ਦੇ ਨਾਲ ਕੀਤੇ ਵਾਅਦੇ ਮੁਤਾਬਿਕ ਸਰਕਾਰ ਤੁਹਾਡੇ ਦੁਆਰ ਮੁਤਾਬਿਕ ਹੋ ਰਹੀ ਹੈ। ਦੁਪਹਿਰੇ 12 ਵਜੇ ਹੋਵੇਗੀ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ 2 ਰੋਜ਼ਾ ਇਜਲਾਸ ਸੱਦਣ ਦਾ ਐਲਾਨ ਵੀ ਹੋ ਸਕਦਾ ਹੈ। ਸੂਤਰਾਂ ਦੇ ਮੁਤਾਬਿਕ ਪਤਾ ਲੱਗਿਆ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 19 ਤੇ 20 ਜੂਨ ਨੂੰ ਸੱਦਿਆ ਜਾ ਰਿਹਾ ਹੈ, ਪਰ ਇਸ ਬਾਰੇ ਪੰਜਾਬ ਸਰਕਾਰ ਨੇ ਕੋਈ ਵੀ ਜਾਣਕਾਰੀ ਨਸ਼ਰ ਨਹੀਂ ਕੀਤੀ ਹੈ। ਇਸ ਕੈਬਨਿਟ ਮੀਟਿੰਗ ਤੋਂ ਬਾਅਦ ਹੋ ਸਕਦਾ ਹੈ ਕਿ ਕੋਈ ਜਾਣਕਾਰੀ ਪਤਾ ਲੱਗ ਜਾਵੇ। ਇੱਕ ਦਿਨ ਪਹਿਲਾਂ ਜੱਚਾ ਬੱਚਾ ਹਸਪਤਾਲ ਦੇ ਖਰੜ ਦੇ ਵਿੱਚ ਉਦਘਾਟਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਤਿੱਖੇ ਨਿਸ਼ਾਨੇ ਸਾਧੇ ਸਨ। ਸਿੱਧੂ ਤੇ ਵੱਡੇ ਨਿੱਜੀ ਹਮਲੇ ਕੀਤੇ ਸਨ ਤੇ ਦੂਸਰੇ ਦਿਨ ਨਵਜੋਤ ਸਿੰਘ ਸਿੱਧੂ ਦਾ ਵੀ ਬਿਆਨ ਆਇਆ ਹੈ, ਜਿਸ ਨੂੰ ਸੁਣ ਕੇ ਪੜ੍ਹ ਕੇ ਇਹ ਸਵਾਲ ਉੱਠਦਾ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਣਕਾਰੀ ਗਲਤ ਸਾਬਿਤ ਹੋ ਗਈ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਵੱਲੋਂ 2 ਵਿਆਹ ਕਰਵਾਉਣ ਦੇ ਇਲਜ਼ਾਮ ਦਾ ਸਿੱਧੂ ਨੇ ਤੰਜ ਕੱਸਦੇ ਹੋਏ ਜਵਾਬ ਦਿੱਤਾ। ਕਹਿੰਦੇ ਮੇਰੇ ਪਿਤਾ ਨੇ ਤਾਂ ਸਿਰਫ 1 ਵਿਆਹ ਕੀਤਾ ਸੀ, ਪਰ ਮੇਰੀ ਮਾਂ ਦੇ 2 ਵਾਰੀ ਵਿਆਹ ਹੋਏ ਸਨ। ਐਨਾ ਹੀ ਨਹੀਂ, ਸਿੱਧੂ ਨੇ ਕਿਹਾ ਕਿ ਜੇਕਰ ਤੁਸੀਂ ਜ਼ਿੰਦਾ ਲੋਕਾਂ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਮਰੇ ਹੋਏ ਲੋਕਾਂ ਦਾ ਤਾਂ ਖਿਆਲ ਰੱਖੋ। ਸਿੱਧੂ ਨੇ ਸੀਐਮ ਮਾਨ ਨੂੰ ਪੰਜਾਬ ਦੇ ਮੁੱਦਿਆਂ ਤੇ ਭਗੌੜਾ ਦੱਸਦੇ ਹੋਏ ਕਿਹਾ ਕਿ ਮੇਰੀ ਬਿਮਾਰ ਪਤਨੀ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਮੈਂ ਤੁਹਾਨੂੰ ਪੰਜਾਬ ਨੂੰ ਮੁੜ ਸੁਰਜੀਤ ਕਰਨ ਤੇ ਮਾਫੀਆ ਖਿਲਾਫ ਕਾਰਵਾਈ ਨੂੰ ਲੈ ਕੇ 100 ਸਵਾਲ ਪੁੱਛੇ, ਪਰ ਤੁਸੀਂ ਇੱਕ ਦਾ ਵੀ ਜਵਾਬ ਨਹੀਂ ਦਿੱਤਾ। ਹੁਣ ਤਾਂ ਤੁਸੀਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਏ ਹੋ। ਸਿੱਧੂ ਨੇ ਉਰਦੂ ਦਾ ਇੱਕ ਸ਼ੇਰ ਲਿਖਿਆ, तू ना इधर उधर की बात कर सीएम साहब, ये बता कि पंजाब क्यों लूटा, करजई क्यों किया, मुझे रहजनों से गिला नहीं, तेरी रहबरी का सवाल है। सिर्फ है नहीं, सिद्धू ने मुख्य मंत्री मान नूं पंजाब दे मुद्दिआं ते खुली बहस दी चुनौती भी दित्ती। इसी तरह नवजोत सिंह सिद्धू की पत्नी डॉक्टर नवजोत कौर सिद्धू ने भी मुख्य मंत्री भगवंत मान दे वल्लों सिद्धू दे पिता दे 2 ਵਿਆਹ होण दे दावे दा मोड़वां जवाब दिंदिआं कहा कि सिद्धू दे पिता एडवोकेट जनरल पंजाब भगवंत सिंह सिद्धू दा एक ही ਵਿਆਹ होया सी। ਇੱਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਤੇ ਨਿਸ਼ਾਨੇ ਲਾਉਂਦੇ ਹੋਏ ਜਿਹੜਾ ਵੱਡਾ ਬਿਆਨ ਦਿੱਤਾ ਸੀ, ਵੱਡਾ ਨਿੱਜੀ ਹਮਲਾ ਕੀਤਾ ਸੀ, ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਉਹ ਬੋਲ ਰਿਹਾ ਸੀ ਜੀ, ਬੜੇ ਵੱਡੇ ਵੱਡੇ ਸਕੂਲਾਂ 'ਚ ਪੜ੍ਹੇ ਹੋਏ ਨੇ ਜੀ, ਅਸੀਂ ਤਾਂ ਸਰਕਾਰੀ ਵਾਲੇ ਆ। ਉਹ ਕੀ ਬੋਲ ਰਿਹਾ ਸੀ, ਮੈਂ ਤਾਂ ਫਿਰ ਜਵਾਬ ਇਦਾਂ ਹੀ ਦਿਉ ਉਹਨਾਂ ਦੀ ਭਾਸ਼ਾ 'ਚ। ਉਹ ਕੀ ਕਹਿੰਦਾ ਸੀ, ਭਗਵੰਤ ਮਾਨ ਨੇ ਬਦਲਾ ਲਿਆਉਣਾ ਸੀ, 1.25 ਸਾਲ ਹੋ ਗਿਆ। ਭਗਵੰਤ ਮਾਨ ਨਾਲ ਕੀ ਬਦਲਾ ਲਿਆਂਦਾ ਹੈ, ਸਿਰਫ ਪਤਨੀ ਬਦਲੀ ਹੈ ਆ ਕਿਹਾ ਸੀ ਨਾ। ਤੇ ਮੈਂ ਸਿੱਧੂ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ, ਯਾਦਦਾਸ਼ਤ ਕਮਜ਼ੋਰ ਹੋਣੀ, ਤੁਸੀਂ ਵੀ ਦੂਜੀ ਪਤਨੀ ਦੀ ਬੇਟੇ ਹੋ। ਜੇ ਤੁਹਾਡਾ ਬਾਪੂ ਤੁਹਾਡੇ ਘਰੇ ਬਦਲਾ ਨਾ ਲਿਆਉਂਦਾ ਤੁਸੀਂ ਦੁਨੀਆ ਤੇ ਨਹੀਂ ਆਉਣਾ ਸੀ। ਔਰ ਜਿਹਨੂੰ ਸੁਣਾ ਰਿਹਾ ਸੀ, ਜਿਹਦੇ ਨਾਲ ਹਮਦਰਦੀ ਕਰਨ ਗਿਆ ਸੀ, ਉਹ ਬੈਠਾ ਸੀ ਹਮਦਰਦ, ਉਹਦੇ ਬਾਪੂ ਦੇ ਵੀ 2 ਨੇ। ਆਪਦੀ ਸਟੈਨੋ ਨਾਲ ਹੀ ਵਿਆਹ ਕਰਾ ਲਿਆ ਸੀ। ਚਲੋ ਆਜੋ ਫਿਰ, ਜੇ ਇਸ ਪਿੱਚ ਤੇ ਖੇਡਣਾ ਇਸ ਪਿੱਚ ਤੇ ਆ ਜਾਂਦੇ ਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਬਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੀ ਜੱਫੀ ਤੇ ਵੀ ਤੰਜ ਕੱਸਿਆ ਸੀ ਤੇ ਬਿਕਰਮ ਮਜੀਠੀਆ ਨੇ ਵੀ ਉਸ ਬਿਆਨ ਤੋਂ ਬਾਅਦ, ਸੀਐਮ ਦੇ ਉਸ ਬਿਆਨ ਤੋਂ ਬਾਅਦ ਵੀਰਵਾਰ ਨੂੰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਮੇਰੇ ਵੱਲ ਹੱਥ ਵਧਾਇਆ ਤੇ ਮੈਂ ਹੰਕਾਰ ਨਹੀਂ ਕੀਤਾ, ਸਗੋਂ ਹੱਥ ਮਿਲਾਇਆ ਹੈ। ਜੇ ਮੈਂ ਉਸ ਹੱਥ ਨੂੰ ਨਕਾਰ ਦਿੰਦਾ ਤਾਂ ਹੰਕਾਰ ਵਾਲੀ ਗੱਲ ਹੋ ਜਾਂਦੀ। ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਗੁਰਬਾਣੀ ਦਾ ਪ੍ਰਸਾਰਣ ਡੀਡੀ ਪੰਜਾਬੀ ਚੈਨਲ ਰਾਹੀਂ ਕਰਵਾਉਣ ਦੇ ਲਈ ਮਾਨ ਸਰਕਾਰ ਦੇ ਮੂਹਰੇ ਮੰਗ ਰੱਖੀ ਤੇ ਕਿਹਾ ਕਿ ਪੰਜਾਬ ਸਰਕਾਰ ਕੋਲ ਇੱਕ ਵੱਡਾ ਮੌਕਾ ਹੈ ਕਿ ਭਾਰਤ ਸਰਕਾਰ ਦੇ ਅਦਾਰੇ ਪ੍ਰਸਾਰ ਭਾਰਤੀ ਦੇ ਜ਼ਰੀਏ ਪੰਜਾਬ ਦੇ ਆਪਣੇ ਖੇਤਰੀ ਚੈਨਲ ਡੀਡੀ ਪੰਜਾਬੀ ਤੇ ਪਵਿੱਤਰ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੀ ਵਿਵਸਥਾ ਕਰੇ ਅਤੇ ਇਸ ਸੰਬੰਧੀ ਟੈਂਡਰ ਪ੍ਰਕਿਰਿਆ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ। ਇਸ ਸੰਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਨੂੰ ਵੀ ਉਹਨਾਂ ਨੇ ਬੇਨਤੀ ਕੀਤੀ ਕਿ ਉਹ ਵੀ ਇਸ ਦਿਸ਼ਾ ਵੱਲ ਪਹਿਲ ਕਦਮੀ ਕਰਦੇ ਹੋਏ ਡੀਡੀ ਪੰਜਾਬੀ ਤੇ ਪਵਿੱਤਰ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੀ ਵਿਵਸਥਾ ਕਰਵਾਉਣ ਦੇ ਲਈ ਯਤਨ ਸ਼ੁਰੂ ਕਰਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੇਚਾ ਫਸਿਆ ਪਿਆ, ਉੱਥੇ ਸੁਖਪਾਲ ਖਹਿਰਾ ਕਾਂਗਰਸ ਦੇ ਐਮਐਲਏ ਉਹ ਵੀ ਲਗਾਤਾਰ ਮੁੱਖ ਮੰਤਰੀ ਮਾਨ ਨੂੰ ਵੱਖ-ਵੱਖ ਮੁੱਦਿਆਂ ਤੇ ਘੇਰਦੇ ਰਹਿੰਦੇ ਨੇ ਤੇ ਹਮੇਸ਼ਾ ਸੀਐਮ ਮਾਨ ਨੂੰ ਘੇਰਨ ਵਾਲੇ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੇ ਪਹਿਲੀ ਵਾਰੀ ਮੁੱਖ
ਮੰਤਰੀ ਦੇ ਨਾਲ ਲੱਗਦਾ ਹੈ ਸਹਿਮਤੀ ਜਤਾਈ ਹੈ। ਖਹਿਰਾ ਨੇ ਕਿਹਾ ਕਿ ਅੱਜ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਨਿੱਜੀ ਟਿੱਪਣੀਆਂ ਸ਼ੁਰੂ ਹੋ ਗਈਆਂ ਨੇ। ਪਹਿਲਾਂ ਕਹਿੰਦੇ ਪਹਿਲ ਹੈ ਜਿਹੜੀ ਉਹ ਸਾਡੀ ਪਾਰਟੀ ਦੇ ਕੁਝ ਆਗੂਆਂ ਨੇ ਕੀਤੀ ਤੇ ਹੁਣ ਭਗਵੰਤ ਮਾਨ ਨੇ ਵੀ ਜਵਾਬ ਦਿੱਤਾ। ਕਹਿੰਦੇ ਮੈਂ ਭਗਵੰਤ ਮਾਨ ਦੇ ਉਸ ਬਿਆਨ ਤੋਂ ਸਹਿਮਤ ਹਾਂ ਕਿ ਲੋਕਾਂ ਦੇ ਮੁੱਦੇ ਚੁੱਕੇ ਜਾਣੇ ਚਾਹੀਦੇ ਨੇ, ਨਿੱਜੀ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ। ਪਰ ਨਾਲ ਹੀ ਖਹਿਰਾ ਨੇ ਸਵਾਲ ਵੀ ਦਾਗ ਦਿੱਤਾ ਕਿ ਤੁਹਾਡੇ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਸਾਹਮਣੇ ਆਈ ਹੈ, ਉਹ ਤੇ ਐਕਸ਼ਨ ਕਿਉਂ ਨਹੀਂ ਕੀਤਾ? ਉਹ ਤਾਂ ਕੋਈ ਨਿੱਜੀ ਹਮਲਾ ਨਹੀਂ ਸੀ, ਉਹ ਇੱਕ ਗੰਭੀਰ ਇਲਜ਼ਾਮ ਹੈ। ਫੋਰੈਂਸਿਕ ਜਾਂਚ ਨੇ ਵੀ ਵੀਡੀਓ ਦੇ ਸਹੀ ਹੋਣ ਤੇ ਮੋਹਰ ਲਾ ਦਿੱਤੀ ਹੈ। ਰਾਜਪਾਲ ਨੇ ਇਸ ਮੰਤਰੀ ਦੇ ਖਿਲਾਫ ਕਾਰਵਾਈ ਨੂੰ ਕਹਿ ਦਿੱਤਾ ਹੈ, ਪਰ ਮਾਨ ਸਰਕਾਰ ਨੇ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਜਿਹੜੀ ਤੁਸੀਂ ਕਹਿੰਦੇ ਸਿੱਟ ਬਣਾਈ ਸੀ ਉਸਨੇ ਹੁਣ ਤੱਕ ਮੰਤਰੀ ਤੋਂ ਪੁੱਛਗਿੱਛ ਵੀ ਨਹੀਂ ਕੀਤੀ। ਸਰਕਾਰ ਤੋਂ ਐਸਸੀ ਕਮਿਸ਼ਨ ਵੀ ਕਈ ਵਾਰੀ ਰਿਪੋਰਟ ਮੰਗ ਚੁੱਕਿਆ, ਪਰ ਮੁੱਖ ਮੰਤਰੀ ਮਾਨ ਜਵਾਬ ਦੇਣ ਨੂੰ ਤਿਆਰ ਹੀ ਨਹੀਂ। ਸਿੱਟ ਤੇ ਇਲਜ਼ਾਮ ਲਾਉਂਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਜਿਸਨੇ ਮੰਤਰੀ ਖਿਲਾਫ ਗਵਾਹੀ ਦਿੱਤੀ ਉਸਨੂੰ ਪੁਲਿਸ ਦੀ ਕਸਟਡੀ ਦੇ ਵਿੱਚ ਰੱਖਿਆ ਹੋਇਆ। ਵੱਡਾ ਦਾਅਵਾ ਖਹਿਰਾ ਨੇ ਕੀਤਾ ਕਿ ਉਸ ਤੇ ਦਬਾਅ ਪਾ ਕੇ ਗਲਤ ਬਿਆਨ ਦਿਵਾਉਣਾ ਚਾਹੁੰਦੀ ਹੈ ਸਰਕਾਰ ਤਾਂ ਕਿ ਮੰਤਰੀ ਨੂੰ ਕਲੀਨ ਚਿੱਟ ਮਿਲ ਸਕੇ। ਖਹਿਰਾ ਨੇ ਕਿਹਾ ਕਿ ਇਹ ਕੋਈ ਨਿੱਜੀ ਹਮਲਾ ਨਹੀਂ, ਮੰਤਰੀ ਖਿਲਾਫ ਗੰਭੀਰ ਇਲਜ਼ਾਮ ਹੈ। ਉਮੀਦ ਜਤਾਈ ਕਿ ਤੁਸੀਂ ਯਾਨੀ ਕਿ ਮੁੱਖ ਮੰਤਰੀ ਇਸ ਤੇ ਕਾਰਵਾਈ ਕਰਨਗੇ। ਖਹਿਰਾ ਨੇ ਕਾਂਗਰਸ ਦੇ ਵਿਧਾਇਕਾਂ ਤੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਇਸ ਮੁੱਦੇ ਤੇ ਸਰਕਾਰ ਨੂੰ ਘੇਰਨ ਦੇ ਵਿੱਚ ਖਹਿਰਾ ਦਾ ਸਾਥ ਦੇਣ। ਪਿਛਲੇ ਦਿਨਾਂ ਵਿੱਚ ਜਿਹੜਾ ਪੰਜਾਬ ਦਾ ਰਾਜਨੀਤਿਕ ਮਿਆਰ ਹੈ ਉਹ ਕਾਫੀ ਗਿਰਿਆ। ਪਰਸਨਲ ਅਟੈਕਸ ਇੱਕ ਦੂਜੇ ਦੇ ਉੱਤੇ, ਆਪੋਜੀਸ਼ਨ ਵੱਲੋਂ ਭਗਵੰਤ ਸਿੰਘ ਮਾਨ ਤੇ ਫਿਰ ਭਗਵੰਤ ਮਾਨ ਦਾ ਕੱਲ ਜਵਾਬ ਦੇਣਾ। ਔਰ ਇਸ ਗੱਲ ਨਾਲ ਮੈਂ ਸਹਿਮਤ ਹਾਂ, ਚੀਫ ਮਿਨਿਸਟਰ ਨੇ ਕਿਹਾ ਕਿ ਪਰਸਨਲ ਅਟੈਕਸ ਦੀ ਬਜਾਏ, ਨਿੱਜੀ ਹਮਲਿਆਂ ਦੀ ਬਜਾਏ ਮੁੱਦਿਆਂ ਤੇ ਰਾਜਨੀਤੀ ਹੋਣੀ ਚਾਹੀਦੀ। ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਵਾਂ ਕਟਾਰੂ ਚੱਕ ਦੇ ਮੁੱਦੇ ਦੀ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਮੈਂ ਪਹਿਲੀ ਮਈ ਨੂੰ ਗਵਰਨਰ ਪੰਜਾਬ ਨੂੰ 2 ਅਸ਼ਲੀਲ ਵੀਡੀਓਜ਼ ਲਾਲਚੰਦ ਕਟਾਰੂ ਚੱਕ ਦੀਆਂ ਉਹਨਾਂ ਨੂੰ ਸੌਂਪੀਆਂ, ਸੋਸ਼ਲ ਮੀਡੀਆ ਤੇ ਨਹੀਂ ਪਾਈਆਂ ਕਿਉਂਕਿ ਉਹਦੇ ਨਾਲ ਬੜਾ ਮਾੜਾ ਇਫੈਕਟ ਜਾਣਾ ਸੀਗਾ। ਗਵਰਨਰ ਪੰਜਾਬ ਨੇ ਉਹਨਾਂ ਦੀ ਤਸਦੀਕ ਕੀਤੀ, ਫੋਰੈਂਸਿਕ ਲੈਬ ਚੰਡੀਗੜ੍ਹ ਕੋਲੋਂ ਉਹਨਾਂ ਨੂੰ ਵੈਰੀਫਾਈ ਕਰਾਇਆ ਔਰ ਉਹਨਾਂ ਨੇ ਪਹਿਲੀ ਚਿੱਠੀ ਲਿਖ ਕੇ ਭੇਜ ਦਿੱਤੀ ਪਹਿਲੇ ਹਫਤੇ ਮਈ ਦੇ ਵਿੱਚ ਭਗਵੰਤ ਮਾਨ ਨੂੰ ਕਿ ਇਹਦੇ ਤੇ ਪ੍ਰੋਪਰ ਕਾਰਵਾਈ ਕੀਤੀ ਜਾਵੇ। ਉਸ ਚਿੱਠੀ ਦੇ ਉੱਤੇ SIT ਬਣਾ ਦਿੱਤੀ ਗਈ, ਇੱਕ ਸਪੈਸ਼ਲ ਇਨਵੈਸਟੀਗੇਟਿੰਗ ਟੀਮ 3 ਮੈਂਬਰਸ ਦੀ। ਲੇਕਿਨ ਮੈਂ ਪੁੱਛਣਾ ਚਾਹੁੰਦਾ ਭਗਵੰਤ ਸਿੰਘ ਮਾਨ ਹੋਣਾ ਨੂੰ ਕਿ ਪਿਛਲੇ 45-50 ਦਿਨ ਤੋਂ ਅੱਜ ਤੱਕ SIT ਨੇ ਮਿਨਿਸਟਰ ਨੂੰ ਬੁਲਾਇਆ ਤੱਕ ਨਹੀਂਗਾ। ਸੁਖਪਾਲ ਖਹਿਰਾ ਨੇ ਆਪ ਸਰਕਾਰ ਤੇ ਇੱਕ ਹੋਰ ਵੱਡਾ ਇਲਜ਼ਾਮ ਲਾਇਆ ਕਿ ਮਾਨ ਸਰਕਾਰ ਨੇ ਵਿਗਿਆਪਨ ਦੇ ਕੇ ਮੀਡੀਆ ਨੂੰ ਖਰੀਦ ਲਿਆ ਹੈ। ਜਿਹੜੇ ਮੀਡੀਆ ਚੈਨਲ ਜਾਂ ਵੈਬ ਚੈਨਲ ਸਰਕਾਰ ਦੀ ਆਲੋਚਨਾ ਕਰਦੇ ਨੇ ਉਹਨਾਂ ਖਿਲਾਫ ਕਾਰਵਾਈ ਹੁੰਦੀ ਹੈ। ਬਦਲਾਖੋਰੀ ਦੀ ਭਾਵਨਾ ਤਹਿਤ ਕਾਰਵਾਈ ਦਾ ਇਲਜ਼ਾਮ ਲਾਉਂਦੇ ਹੋਏ ਖਹਿਰਾ ਨੇ ਇੱਥੇ ਵੀ ਆਸ ਜਤਾਈ ਕਿ ਭਗਵੰਤ ਮਾਨ ਆਪਣੀ ਕਥਨੀ ਤੇ ਕਰਨੀ ਵਿੱਚ ਫਰਕ ਦੂਰ ਕਰਨਗੇ, ਲੋਕਾਂ ਦੇ ਲਈ ਕੰਮ ਕਰਨਗੇ, ਸਿਆਸੀ ਬਦਲਾਖੋਰੀ ਨੂੰ ਤਿਆਗ ਦੇਣਗੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਜਿੱਥੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਤਹਿਤ ਕਾਰਵਾਈ ਚੱਲ ਰਹੀ ਹੈ, ਉੱਥੇ ਹੀ ਹੁਣ ਉਹਨਾਂ ਤੇ ਮੁੱਖ ਮੰਤਰੀ ਦੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਵੀ ਲੱਗ ਰਹੇ ਨੇ। ਇਹ ਦੋਸ਼ ਉਹਨਾਂ ਦੇ ਭਤੀਜੇ ਹਨੀ ਸਿੰਘ ਦੇ ਨਾਲ ਸੰਬੰਧਿਤ ਨੇ। ਹੁਣ ਪੰਜਾਬ ਵਿਜੀਲੈਂਸ ਨੇ ਹਨੀ ਨੂੰ ਉਸ ਸਮੇਂ ਦਿੱਤੀਆਂ VVIP ਸਹੂਲਤਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਡਾਇਰੈਕਟਰ ਨੇ DGP ਦਫ਼ਤਰ ਤੋਂ ਹਨੀ ਨੂੰ ਦਿੱਤੀ ਗਈ ਸੁਰੱਖਿਆ, ਉਸ ਦੇ ਨਾਲ ਪਹੁੰਚੇ ਕਮਾਂਡੋਜ਼ ਅਤੇ ਐਸਕਾਟ ਜਿਪਸੀ ਦੇ ਵੇਰਵੇ ਮੰਗ ਲਏ ਨੇ। ਹਨੀ ਨੂੰ 2 ਐਸਕਾਟ ਵਾਹਨ ਅਤੇ 18 ਤੋਂ 22 ਕਮਾਂਡੋ ਮੁਹੱਈਆ ਕਰਵਾਏ ਗਏ ਸਨ ਜੋ 24 ਘੰਟੇ ਉਸ ਦੇ ਨਾਲ ਰਹਿੰਦੇ ਸੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਚਾਹੁੰਦੇ ਨੇ ਕਿ ਪਾਕਿਸਤਾਨ ਤੇ 1 ਜਾਂ 2 ਵਾਰੀ ਸਰਜੀਕਲ ਸਟ੍ਰਾਈਕ ਹੋਣੀ ਚਾਹੀਦੀ ਹੈ। ਸਰਹੱਦੀ ਪੰਜਾਬ ਦੇ ਦੌਰੇ ਤੇ ਪਹੁੰਚੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਪਾਕਿਸਤਾਨ ਤੇ ਜੇ 1-2 ਵਾਰੀ ਸਰਜੀਕਲ ਸਟ੍ਰਾਈਕ ਹੋਏਗੀ ਤਾਂ ਹੀ ਪਾਕਿਸਤਾਨ ਨੂੰ ਸਬਕ ਮਿਲੇਗਾ। ਕਹਿੰਦੇ ਪਾਕਿਸਤਾਨ ਸਰਹੱਦੀ ਇਲਾਕਿਆਂ ਦੇ ਵਿੱਚ ਡਰੋਨ ਰਾਹੀਂ ਨਸ਼ੇ ਭੇਜ ਰਿਹਾ ਹੈ, ਸਾਡੇ ਖਿਲਾਫ ਵੱਡੀ ਸਾਜ਼ਿਸ਼ ਰਚ ਰਿਹਾ ਹੈ। ਬੁੱਧਵਾਰ ਨੂੰ ਪੰਚਾਂ ਸਰਪੰਚਾਂ ਨਾਲ ਬੈਠਕ ਦੌਰਾਨ ਰਾਜਪਾਲ ਨੇ ਧਰਮਕੋਟ ਰੰਧਾਵਾ ਦੇ ਵਿੱਚ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਦੇ ਲਈ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਪੀਲ ਕਰਨ ਦੀ ਲੋੜ ਹੈ। ਪਾਕਿਸਤਾਨ ਨਸ਼ੇ ਦੇ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਹੈ। ਹਾਲਾਤ ਇਹ ਨੇ ਕਿ ਕਈ ਥਾਵਾਂ ਤੋਂ ਸ਼ਿਕਾਇਤਾਂ ਆ ਰਹੀਆਂ ਨੇ ਕਿ 8ਵੀਂ 9ਵੀਂ ਜਮਾਤ ਦੇ ਬੱਚੇ ਵੀ ਨਸ਼ਾ ਕਰਨ ਦੇ ਲਈ ਚੋਰੀਆਂ ਕਰਨ ਲੱਗ ਪਏ ਨੇ। ਕਹਿੰਦੇ ਮੇਰੇ ਮਨ ਦੇ ਵਿੱਚ ਆਉਂਦਾ ਹੈ ਜੇ ਪਾਕਿਸਤਾਨ ਸਾਡੇ ਨਾਲ ਇੰਨੀ ਬਦਮਾਸ਼ੀ ਕਰ ਰਿਹਾ ਹੈ ਤਾਂ ਪਾਕਿਸਤਾਨ ਖਿਲਾਫ ਵੀ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ। ਰਾਜਪਾਲ ਨੇ ਵੀ ਦੱਸਿਆ ਕਿ ਪੂਰੇ ਬਾਰਡਰ ਤੇ CCTV ਕੈਮਰੇ ਅਸੀਂ ਲਾਉਣ ਜਾ ਰਹੇ ਹਾਂ, ਸਾਰੀਆਂ ਏਜੰਸੀਆਂ ਤਾਲਮੇਲ ਦੇ ਨਾਲ ਕੰਮ ਕਰ ਰਹੀਆਂ ਨੇ। ਇਸ ਵਾਰੀ ਕਹਿੰਦੇ ਮੈਂ ਦੌਰੇ ਤੋਂ ਸੰਤੁਸ਼ਟ ਹਾਂ। ਸੋ ਪੰਜਾਬ ਦੇ ਰਾਜਪਾਲ ਦੇ ਮਨ ਦੀ ਗੱਲ ਹੈ ਕਿ ਉਹ ਪਾਕਿस्तान ਤੇ सर्जिकल स्ट्राइक करवाना चाहते हैं। बहुत बड़ा नुकसान है, पाकिस्तान सोची समझी रणनीति के हिसाब से कर रहा है, हमारी नेक्स्ट जनरेशन को ड्रग का एडिक्ट कर रहा है। चिंता है, प्रिंसिपलों से बात करता हूँ, मतलब स्कूलों में ड्रग्स काफ़ी संख्या में घुस रहा है, एडिक्ट हो रहे हैं बच्चे, हमारे पेरेंट्स की शिकायत आ रही है और बच्चे यहाँ तक एडिक्ट करते हैं उनको कि डी एडिक्शन सेंटर में भी यदि भेजते हैं
तो ये माफिया गैंग इतनी मजबूत है, कुछ ना कुछ उसका तोड़ने का प्रयत्न चालू है कि वो बच्चे को चंगुल से निकलने नहीं देते। उसकी आदत इतनी आ जाती है, कई शिकायत तो ये आई है कि बच्चे 8वीं 9वीं में पढ़ने वाले बच्चे अपने घर में ही चोरी करने लग गए, ड्रग्स की आदत हो गई, ड्रग्स के पैसे देने हैं। ऐसी ऐसी शिकायतें भी आने लगी कि पाकिस्तान यदि इतनी बदमाशी कर रहा है हमारे साथ में, 1-2 बार सर्जिकल स्ट्राइक होनी चाहिए उसके खिलाफ में, कि उसको लेसन तो मिले लाइन पर लाने के लिए, कम से कम समथिंग मस्ट बी डन। मन में आता है, लेट अस सी। बाकी तो हाईएस्ट लेवल की चीजें हैं ये। ਹਾਲਾਂਕਿ ਪੰਜਾਬ ਦੇ ਰਾਜਪਾਲ ਦੇ ਵੱਲੋਂ ਸਰਜੀਕਲ ਸਟ੍ਰਾਈਕ ਦੀ ਵਕਾਲਤ ਕੀਤੇ ਜਾਣ ਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਰੋਧ ਵੀ ਕੀਤਾ ਹੈ। ਇਸ ਬੈਠਕ ਦੇ ਵਿੱਚ ਜਿਹੜੀ ਕਿ ਰਾਜਪਾਲ ਨੇ ਕੀਤੀ ਸੀ ਪੰਚਾਂ ਸਰਪੰਚਾਂ ਦੇ ਨਾਲ, ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਗੁਰਦੀਪ ਸਿੰਘ ਰੰਧਾਵਾ ਵੀ ਹਾਜ਼ਰ ਸਨ। ਉਹਨਾਂ ਨੇ ਦਾਅਵਾ ਕੀਤਾ ਕਿ ਜਦੋਂ ਰਾਜਪਾਲ ਨੇ ਸਰਜੀਕਲ ਸਟ੍ਰਾਈਕ ਦੀ ਸਿਫਾਰਿਸ਼ ਕਰਨ ਦੀ ਗੱਲ ਕਹੀ ਤਾਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਸੀ। ਉਹਨਾਂ ਬੇਨਤੀ ਕੀਤੀ ਸੀ ਕਿ ਅਜਿਹੀ ਗੱਲ ਨਾ ਕਰੋ, ਸਰਜੀਕਲ ਸਟ੍ਰਾਈਕ ਦੀ ਗੱਲ ਨਾ ਕਰੋ, ਕੋਈ ਅਜਿਹੇ ਯੰਤਰ ਲਾ ਦਿਓ ਬਾਰਡਰ ਉੱਤੇ ਜਿਹਦੇ ਨਾਲ ਆਉਣ ਵਾਲੇ ਡਰੋਨ ਨੇ ਜਿਹੜੇ ਉਹ ਨਸ਼ਟ ਹੋ ਸਕਣ। ਰੰਧਾਵਾ ਨੇ ਸਵਾਲ ਕੀਤਾ ਕਿ ਸਰਹੱਦ ਤਾਂ ਦੂਜੇ ਸੂਬਿਆਂ ਦੇ ਵੀ ਪਾਕਿਸਤਾਨ ਨਾਲ ਲੱਗਦੀ ਹੈ, ਨਸ਼ਾ ਤਸਕਰੀ ਉੱਥੇ ਵੀ ਹੁੰਦੀ ਹੈ, ਪਰ ਅਜਿਹੀਆਂ ਗੱਲਾਂ ਪੰਜਾਬ ਦੇ ਵਿੱਚ ਹੀ ਕਿਉਂ ਕੀਤੀਆਂ ਜਾਂਦੀਆਂ ਨੇ। ਸੋ ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੋਈ ਤਿੱਖਾ ਬਿਆਨ ਦਿੱਤਾ ਹੋਵੇ। ਰਾਜਪਾਲ ਅਕਸਰ ਹੀ ਆਪਣੇ ਬਿਆਨਾਂ ਤੇ ਗੱਲਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਨੇ। ਭਗਵੰਤ ਮਾਨ ਸਰਕਾਰ ਦੇ ਨਾਲ ਰਾਜਪਾਲ ਦਾ ਟਕਰਾਅ ਹੈ ਉਹ ਜਿਹੜਾ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਉਧਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਰਾਜਪਾਲ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਦੇ ਇਲਜ਼ਾਮ ਲਾਏ ਨੇ। ਸੂਬਾ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਫਿਰੋਜ਼ਪੁਰ ਦੇ ਵਿੱਚ ਰਾਜਪਾਲ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਜਾਣ ਬੁੱਝ ਕੇ ਕੀਤੀ ਗਈ ਹੈ। ਸੂਬਾ ਸਰਕਾਰ ਗਵਰਨਰ ਨੂੰ ਡਰਾਉਣਾ ਚਾਹੁੰਦੀ ਹੈ ਤਾਂ ਜੋ ਸਰਹੱਦੀ ਇਲਾਕੇ ਦੇ ਵਿੱਚੋਂ ਨਾ ਜਾਣ। ਕਹਿੰਦੇ ਜੇ ਜੇਲ੍ਹ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਦੀ ਇੰਟਰਵਿਊ ਹੋ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਸੋ ਬਿਕਰਮ ਮਜੀਠੀਆ ਦਾ ਜਿਹੜਾ ਇਹ ਬਿਆਨ ਹੈ ਉਹ ਦੋਵਾਂ ਧਿਰਾਂ ਦੇ ਵਿੱਚ ਟਕਰਾਅ ਵਧਾਉਣ ਵਾਲਾ ਬਿਆਨ ਹੈ ਜਿਹੜਾ ਉਹ ਮੰਨਿਆ ਜਾ ਸਕਦਾ ਹੈ, ਜਾਂ ਕਹਿ ਸਕਦੇ ਕਿ ਬਲਦੀ ਤੇ ਤੇਲ ਪਾਉਣ ਵਾਲਾ ਬਿਆਨ ਹੈ। ਹੁਣ ਗੱਲ ਕਰਾਂਗੇ ਪੰਜਾਬ ਦੇ ਗੁਰਦਾਸਪੁਰ ਤੋਂ ਬੀਜੇਪੀ ਦੇ ਲੋਕ ਸਭਾ ਮੈਂਬਰ ਅਤੇ ਅਦਾਕਾਰ ਸਨੀ ਦਿਓਲ ਦੀ। ਹਿੰਦੀ ਫਿਲਮਾਂ ਦੇ ਐਕਟਰ ਸਨੀ ਦਿਓਲ ਹੁਣ ਇੱਕ ਹੋਰ ਗੱਲ ਕਰਕੇ ਚਰਚਾ ਦੇ ਵਿੱਚ ਨੇ। ਉਹਨਾਂ ਦੀ ਨਵੀਂ ਫਿਲਮ ਆ ਰਹੀ ਹੈ ਗਦਰ 2। ਇਸ ਫਿਲਮ ਦੇ ਇਤਰਾਜ਼ਯੋਗ ਸੀਨ ਮਾਮਲੇ ਦੇ ਵਿੱਚ ਪੰਚਕੂਲਾ ਦੇ ਗੁਰਦੁਆਰਾ ਕੂਣੀ ਸਾਹਿਬ ਦੀ ਕਮੇਟੀ ਨੇ ਵੀ ਮਾਫੀ ਮੰਗ ਲਈ ਹੈ। ਕਮੇਟੀ ਨੇ ਬਹੁਤ ਹੀ ਗੈਰ ਜ਼ਿੰਮੇਦਾਰਾਨਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇਸ ਸੀਨ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਜੇ ਕਹਿੰਦੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਾਫੀ ਮੰਗਦੇ ਨੇ। ਇੰਨਾ ਹੀ ਨਹੀਂ, ਬਹੁਤ ਹੀ ਲਾਪਰਵਾਹੀ ਵਾਲਾ ਬਿਆਨ ਦਿੰਦਿਆਂ ਕਮੇਟੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਗੱਲ ਨੂੰ ਤਾਂ ਵਧਾ ਚੜਾ ਕੇ ਪੇਸ਼ ਕੀਤਾ ਗਿਆ, ਇੰਨੀ ਗੱਲ ਹੈ ਨਹੀਂ ਸੀ ਜਿੰਨੀ ਬਣਾ ਲਈ ਗਈ। ਪਿਛਲੇ ਦਿਨ 'ਚ ਇੱਕ ਗਦਰ 2 ਨਾਮ ਦੀ ਫਿਲਮ ਦੇ ਵਿੱਚ ਜਿਹੜਾ ਕਿ ਸਨੀ ਦਿਓਲ ਉਹਦਾ ਹੀਰੋ ਆ, ਉਹਦੀ ਇੱਕ ਸ਼ੂਟਿੰਗ ਗੁਰਦੁਆਰਾ ਸਾਹਿਬ ਵਿੱਚ ਕੂਣੀ ਸਾਹਿਬ ਜਿਹੜਾ ਕਿ ਚੰਡੀਗੜ੍ਹ ਦੇ ਲਾਗੇ ਆ ਉੱਥੇ ਹੋ ਰਹੀ ਸੀ, ਤੇ ਉਸ ਗੱਲ ਤੇ ਇਤਰਾਜ਼ ਉਠਾਇਆ ਗਿਆ ਸਿੱਖ ਸੰਗਤ ਵੱਲੋਂ ਕਿ ਇਸ ਦੇ ਵਿੱਚ ਜਿਹੜੇ ਸੀਨ ਫਿਲਮਾਏ ਗਏ ਉਹ ਇਤਰਾਜ਼ਯੋਗ ਆ ਤੇ ਉਹ ਗੁਰਦੁਆਰਾ ਸਾਹਿਬ ਦੀ ਪ੍ਰੈਮਿਸਿਸ ਦੇ ਵਿੱਚ ਆ। ਅਸੀਂ ਇੱਥੇ ਗੱਲ ਕਲੀਅਰ ਕਰ ਦਈਏ ਕਿ ਸਾਨੂੰ ਕਿਸੇ ਵੀ ਤਰ੍ਹਾਂ ਮਾਫੀ ਮੰਗਾਉਣ ਦਾ ਨਾ ਸ਼ੌਂਕ ਆ ਤੇ ਨਾ ਕਿਸੇ ਨੂੰ ਕਿਸੇ ਤੇ ਦਬਾਅ ਬਣਾਉਣ ਦਾ ਸ਼ੌਂਕ ਆ। ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀ ਲੀਹ ਆ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਮਰਜ਼ਾਦਾ ਦੇ ਅਧੀਨ ਹੋਣਾ ਚਾਹੀਦਾ। ਸੋ ਹੁਣ ਅੱਜ ਉਹਨਾਂ ਦੇ ਡਾਇਰੈਕਟਰ ਜਿਹੜੇ ਨੇ ਅਨਿਲ ਸ਼ਰਮਾ, ਸ਼ਾਇਦ ਉਹਨਾਂ ਦਾ ਨਾਂ ਹੈ, ਉਹਨਾਂ ਨੇ ਬਹੁਤ ਬੜਾ ਝੂਠ ਬੋਲਿਆ ਕਿ ਇਹ ਜਿਹੜੀ ਸ਼ੂਟਿੰਗ ਆ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਹੋ ਰਹੀ ਸੀ। ਬਿਲਕੁਲ ਕੋਰਾ ਝੂਠ ਹੈ। ਅਸੀਂ ਇਸ ਗੱਲ ਦੇ ਡਟ ਕੇ ਮੁਖਾਲਫਤ ਕਰਦੇ ਹਾਂ ਤੇ ਇਹ ਗੱਲ ਕਹਿੰਦੇ ਹਾਂ ਕਿ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ। ਜਦੋਂ ਗੇਟ ਦਾ ਐਂਟਰ ਕਰ ਦਿੱਤਾ ਜਾਂਦਾ ਕਿਸੇ ਵੀ ਗੁਰਦੁਆਰਾ ਸਾਹਿਬ ਦੇ, ਤਾਂ ਉਹ ਜਿਹੜਾ ਗੁਰਦੁਆਰੇ ਦਾ ਪ੍ਰਿੰਸਿਸ ਹੋ ਜਾਂਦਾ, ਨਾ ਕਿ ਇਕੱਲਾ ਪ੍ਰਿੰਸਿਸ ਜਿਹੜਾ ਵਾ ਉਹ ਗੁਰੂ ਜਿਹੜਾ ਸੱਚਖੰਡ ਸਾਹਿਬ ਦਾ ਜਿਹੜਾ ਹਾਲ ਹੁੰਦਾ। ਸੋ ਅਨਿਲ ਜਿਹੜੇ ਸ਼ਰਮਾ ਜੀ, ਲੋਕਾਂ ਨੂੰ ਇਸ ਗੱਲ ਲਈ ਗੁੰਮਰਾਹ ਨਾ ਕਰੋ। ਤੁਸੀਂ ਇਸ ਗੱਲ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਪਹਿਲਾਂ ਤੁਹਾਡੇ ਤੋਂ ਕਿਸੇ ਤਰ੍ਹਾਂ ਕੋਈ ਸ਼ਾਇਦ ਗਲਤੀ ਰਹਿ ਗਈ ਹੋਵੇ ਅਣਜਾਣੇ ਵਿੱਚ, ਪਰ ਹੁਣ ਤੁਸੀਂ ਸ਼ਰੇਆਮ ਗੁੰਮਰਾਹ ਕਰ ਰਹੇ ਹੋ। ਤੁਹਾਡੇ ਖਿਲਾਫ ਇਸ ਗੱਲ ਦੀ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਜਿਹੜੀ ਅਸੀਂ ਇਹ ਗੱਲ ਕੀਤੀ ਸੀ ਇਹ ਸਿੱਖ ਮਰਜ਼ਾਦਾ ਦੀ ਗੱਲ ਸੀ। ਸੋ ਤੁਸੀਂ ਉਸ ਨੂੰ ਮਜ਼ਾਕ ਬਣਾਇਆ ਤੇ ਅਸੀਂ ਚਾਹਾਂਗੇ ਕਿ ਅਕਾਲ ਤਖਤ ਸਾਹਿਬ ਤੁਹਾਡੇ। ਦੂਸਰੇ ਪਾਸੇ ਗਦਰ 2 ਫਿਲਮ ਦੇ ਨਿਰਮਾਤਾ ਅਨਿਲ ਸ਼ਰਮਾ ਨੇ ਵੀ ਮਾਫੀ ਮੰਗੀ ਹੈ। ਕਹਿੰਦੇ ਜੇ ਅਣਜਾਣੇ ਦੇ ਵਿੱਚ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ। ਹਾਲਾਂਕਿ ਕਹਿੰਦੇ ਫਿਲਮ ਦੇ ਵਿੱਚ ਅਸੀਂ ਧਾਰਮਿਕ ਭਾਵਨਾਵਾਂ ਦਾ ਪੂਰਾ ਖਿਆਲ ਰੱਖਿਆ ਹੈ, ਸਾਡੀ ਕੋਈ ਮਨਸ਼ਾ ਨਹੀਂ ਸੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਇਸ ਤੋਂ ਬਾਅਦ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਾਨੂੰ ਕਿਸ ਤੋਂ ਮਾਫੀ ਮੰਗਵਾਉਣ ਦਾ ਸ਼ੌਕ ਨਹੀਂ ਹੈ, ਨਾ ਹੀ ਦਬਾਅ ਪਾਉਣ ਦਾ। ਫਿਲਮ ਦੇ ਨਿਰਮਾਤਾ ਅਨਿਲ ਸ਼ਰਮਾ ਨੇ ਮਾਫੀ ਦੇ ਵਿੱਚ ਕਹਿੰਦੇ ਜਿਹੜਾ ਕਿਹਾ ਕਿ ਸੀਨ ਗੁਰਦੁਆਰਾ ਸਾਹਿਬ ਦੇ ਬਾਹਰ ਸ਼ੂਟ ਹੋਇਆ ਬਿਲਕੁਲ ਝੂਠ ਹੈ, ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਹਿੰਦੇ ਜਦੋਂ ਵੀ ਕੋਈ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਦਾ ਤਾਂ ਉੱਥੇ ਬਣੀਆਂ ਸਾਰੀਆਂ ਇਮਾਰਤਾਂ ਜਾਂ ਖਾਲੀ ਥਾਵਾਂ ਗੁਰਦੁਆਰਾ ਸਾਹਿਬ ਦੇ ਅਧੀਨ ਆਉਂਦੀਆਂ ਨੇ, ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਆਉਂਦੀਆਂ ਨੇ।
ਅਨਿਲ ਸ਼ਰਮਾ ਨੇ ਕਹਿੰਦੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੇ ਮੰਗ ਕੀਤੀ ਹੈ ਐਸਜੀਪੀਸੀ ਦੇ ਜਨਰਲ ਸਕੱਤਰ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਨਿਲ ਸ਼ਰਮਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪਿਛਲੇ ਦਿਨ 'ਚ ਇੱਕ ਗਦਰ 2 ਨਾਮ ਦੀ ਫਿਲਮ ਦੇ ਵਿੱਚ ਜਿਹੜਾ ਕਿ ਸਨੀ ਦਿਓਲ ਉਹਦਾ ਹੀਰੋ ਆ, ਉਹਦੀ ਇੱਕ ਸ਼ੂਟਿੰਗ ਗੁਰਦੁਆਰਾ ਸਾਹਿਬ ਵਿੱਚ ਕੁੜੀ ਸਾਹਿਬ ਜਿਹੜਾ ਕਿ ਚੰਡੀਗੜ੍ਹ ਦੇ ਲਾਗੇ ਆ ਉੱਥੇ ਹੋ ਰਹੀ ਸੀ ਤੇ ਉਸ ਗੱਲ ਤੇ ਇਤਰਾਜ਼ ਉਠਾਇਆ ਗਿਆ ਸਿੱਖ ਸੰਗਤ ਵੱਲੋਂ ਕਿ ਇਸ ਦੇ ਵਿੱਚ ਜਿਹੜੇ ਸੀਨ ਫਿਲਮਾਏ ਗਏ ਉਹ ਇਤਰਾਜ਼ਯੋਗ ਆ ਤੇ ਉਹ ਗੁਰਦੁਆਰਾ ਸਾਹਿਬ ਦੀ ਪ੍ਰੈਮਿਸਿਸ ਦੇ ਵਿੱਚ ਆ। ਅਸੀਂ ਇੱਥੇ ਗੱਲ ਕਲੀਅਰ ਕਰ ਦਈਏ ਕਿ ਸਾਨੂੰ ਕਿਸੇ ਵੀ ਤਰ੍ਹਾਂ ਮਾਫੀ ਮੰਗਾਉਣ ਦਾ ਨਾ ਸ਼ੌਂਕ ਆ ਤੇ ਨਾ ਕਿਸੇ ਨੂੰ ਕਿਸੇ ਤੇ ਦਬਾਅ ਬਣਾਉਣ ਦਾ ਸ਼ੌਂਕ ਆ। ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀ ਲੀਹ ਆ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਮਰਜ਼ਾਦਾ ਦੇ ਅਧੀਨ ਹੋਣਾ ਚਾਹੀਦਾ। ਸੋ ਹੁਣ ਅੱਜ ਉਹਨਾਂ ਦੇ ਡਾਇਰੈਕਟਰ ਜਿਹੜੇ ਨੇ ਅਨਿਲ ਸ਼ਰਮਾ ਸ਼ਾਇਦ ਉਹਨਾਂ ਦਾ ਨਾਂ ਹੈ, ਉਹਨਾਂ ਨੇ ਬਹੁਤ ਬੜਾ ਝੂਠ ਬੋਲਿਆ ਕਿ ਇਹ ਜਿਹੜੀ ਸ਼ੂਟਿੰਗ ਹੈ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਹੋ ਰਹੀ ਸੀ। ਬਿਲਕੁਲ ਕੋਰਾ ਝੂਠ ਹੈ। ਅਸੀਂ ਇਸ ਗੱਲ ਦੇ ਡਟ ਕੇ ਮੁਖਾਲਫਤ ਕਰਦੇ ਹਾਂ ਤੇ ਇਹ ਗੱਲ ਕਹਿੰਦੇ ਹਾਂ ਕਿ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ। ਜਦੋਂ ਗੇਟ ਦਾ ਐਂਟਰ ਕਰ ਦਿੱਤਾ ਜਾਂਦਾ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਤਾਂ ਉਹ ਜਿਹੜਾ ਗੁਰਦੁਆਰੇ ਦਾ ਪ੍ਰਿੰਸਿਸ ਹੋ ਜਾਂਦਾ, ਨਾ ਕਿ ਇਕੱਲਾ ਪ੍ਰਿੰਸਿਸ ਜਿਹੜਾ ਵਾ ਉਹ ਗੁਰੂ ਜਿਹੜਾ ਸੱਚਖੰਡ ਸਾਹਿਬ ਦਾ ਜਿਹੜਾ ਹਾਲ ਹੁੰਦਾ। ਸੋ ਅਨਿਲ ਜਿਹੜੇ ਸ਼ਰਮਾ ਜੀ, ਲੋਕਾਂ ਨੂੰ ਇਸ ਗੱਲ ਲਈ ਗੁੰਮਰਾਹ ਨਾ ਕਰੋ। ਤੁਸੀਂ ਇਸ ਗੱਲ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਪਹਿਲਾਂ ਤੁਹਾਡੇ ਤੋਂ ਕਿਸੇ ਤਰ੍ਹਾਂ ਕੋਈ ਸ਼ਾਇਦ ਗਲਤੀ ਰਹਿ ਗਈ ਹੋਵੇ ਅਣਜਾਣੇ ਵਿੱਚ, ਪਰ ਹੁਣ ਤੁਸੀਂ ਸ਼ਰੇਆਮ ਗੁੰਮਰਾਹ ਕਰ ਰਹੇ ਹੋ। ਤੁਹਾਡੇ ਖਿਲਾਫ ਇਸ ਗੱਲ ਦੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜਿਹੜੀ ਅਸੀਂ ਇਹ ਗੱਲ ਕੀਤੀ ਸੀ ਇਹ ਸਿੱਖ ਮਰਜ਼ਾਦਾ ਦੀ ਗੱਲ ਸੀ। ਸੋ ਤੁਸੀਂ ਉਸ ਨੂੰ ਮਜ਼ਾਕ ਬਣਾਇਆ ਤੇ ਅਸੀਂ ਚਾਹਾਂਗੇ ਕਿ ਅਕਾਲ ਤਖਤ ਸਾਹਿਬ ਤੁਹਾਡੇ। ਦਰਅਸਲ ਗਦਰ 2 ਦੇ ਫਿਲਮ ਦਾ ਸੀਨ ਇੱਕ ਗੁਰੂ ਘਰ ਦੇ ਵਿੱਚ ਸ਼ੂਟ ਕੀਤਾ ਗਿਆ ਸੀ। ਪੰਚਕੂਲਾ ਦਾ ਗੁਰਦੁਆਰਾ ਕੁਣੀ ਸਾਹਿਬ ਹੈ ਜਿੱਥੇ ਇਸ ਸੀਨ ਨੂੰ ਫਿਲਮਾਇਆ ਗਿਆ ਹੈ। ਇਹਦੇ ਵਿੱਚ ਸਨੀ ਦਿਓਲ ਤੇ ਅਦਾਕਾਰਾ ਅਮੀਸ਼ਾ ਪਟੇਲ ਇੱਕ ਦੂਸਰੇ ਨੂੰ ਗਲੇ ਲਾਉਂਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਇਹਨਾਂ ਦੇ ਆਲੇ ਦੁਆਲੇ ਇੱਕ ਗੱਤਕਾ ਅਖਾੜੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿੱਖੀ ਰਵਾਇਤਾਂ ਸਿੱਖ ਸੱਭਿਆਚਾਰ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਮੁਤਾਬਿਕ ਇਹ ਜਿਹੜਾ ਸੀਨ ਹੈ ਬਹੁਤ ਹੀ ਗਲਤ ਹੈ। ਇੱਕ ਧਾਰਮਿਕ ਥਾਂ ਦੇ ਅੰਦਰ ਜਿਹੜਾ ਹੈਗਾ ਇੱਕ ਰੋਮਾਂਟਿਕ ਸੀਨ ਫਿਲਮਾਇਆ ਜਾਣਾ ਤੇ ਉਸ ਸੀਨ ਦੇ ਆਲੇ ਦੁਆਲੇ ਧਾਰਮਿਕ ਪੇਸ਼ਕਾਰੀ ਕੀਤੇ ਜਾਣਾ ਅਸਲੋਂ ਹੀ ਜਿਹੜਾ ਹੈਗਾ ਨੈਤਿਕਤਾ ਪੱਖੋਂ ਬਹੁਤ ਹੀ ਗਲਤ ਜਾਪਦਾ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ। ਸੋ ਗਦਰ 2 ਦੇ ਜਿਹੜੇ ਹੀਰੋ ਨੇ ਸਨੀ ਦਿਓਲ, ਉਹ ਪੰਜਾਬੀਆਂ ਦੀ ਅੱਖ ਧਿਣ ਵੈਸੇ ਵੀ ਨਹੀਂ ਪਾਉਂਦੇ। ਗੁਰਦਾਸਪੁਰੀਏ ਤਾਂ ਪਿੱਛੇ ਪਏ ਰਹਿੰਦੇ ਨੇ ਸਨੀ ਦਿਓਲ ਦੇ ਕਿਉਂਕਿ ਉਹਨਾਂ ਨੇ ਵੋਟਾਂ ਪਾ ਕੇ ਸਨੀ ਦਿਓਲ ਨੂੰ ਆਪਣੇ ਪੰਜਾਬ ਦੇ ਪੁੱਤਰ ਸਮਝ ਕੇ ਲੋਕ ਸਭਾ ਦੇ ਵਿੱਚ ਭੇਜਿਆ ਸੀ, ਪਰ ਸਨੀ ਦਿਓਲ ਨੇ ਮੁੜ ਕੇ ਕਦੇ ਆਪਣੇ ਹਲਕੇ ਦਾ ਹਾਲ ਤੱਕ ਨਹੀਂ ਪੁੱਛਿਆ। ਹਲਕੇ ਦਾ ਹਾਲ ਪੁੱਛਣਾ ਤਾਂ ਦੂਰ ਦੀ ਗੱਲ, ਕਦੇ ਵੀ ਉਹ ਸੰਸਦ ਦੇ ਵਿੱਚ ਵੀ ਨਹੀਂ ਪਹੁੰਚੇ। ਆਪਣੀ ਹਾਜ਼ਰੀ ਹੈ ਜਿਹੜੀ ਉਹ ਬਹੁਤ ਹੀ ਘੱਟ ਲਵਾਈ ਹੈ। ਸਨੀ ਦਿਓਲ ਨੂੰ ਕਦੇ ਵੀ ਪੰਜਾਬ ਦੇ ਕਿਸੇ ਮੁੱਦੇ ਨੂੰ ਲੈ ਕੇ ਅੱਜ ਤੱਕ ਪਾਰਲੀਮੈਂਟ ਦੇ ਵਿੱਚ ਬੋਲਦੇ ਕਿਸੇ ਨੇ ਨਹੀਂ ਸੁਣਿਆ ਤੇ ਗਦਰ 2 ਫਿਲਮ ਦੇ ਉੱਤੇ ਵੀ ਇਸ ਗੱਲ ਦਾ ਅਸਰ ਹੈ ਜਿਹੜਾ ਉਹ ਪੈ ਸਕਦਾ ਹੈ। ਪੰਜਾਬੀਆਂ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ। ਕਿਸਾਨਾਂ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਹਰਿਆਣਾ ਸਰਕਾਰ ਦੇ ਵੱਲੋਂ ਸੂਰਜਮੁਖੀ ਤੇ ਐਮਐਸਪੀ ਮੰਗਣ ਵਾਲੇ ਕਿਸਾਨਾਂ ਦੀ ਕੁੱਟਮਾਰ ਕਰਨ ਦੇ ਉੱਤੇ ਅਤੇ ਪੰਜਾਬ ਦੇ ਵਿੱਚ ਚਿੱਪ ਵਾਲੇ ਮੀਟਰਾਂ ਦੇ ਵਿਰੋਧ ਸਮੇਤ ਪਾਣੀ ਦੇ ਮਸਲੇ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਸੂਬੇ ਭਰ ਦੇ ਵਿੱਚ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਮੂਹਰੇ ਧਰਨੇ ਸ਼ੁਰੂ ਕਰ ਦਿੱਤੇ ਨੇ। ਧਰਨੇ 2 ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਡਕੌਂਦਾ ਜਥੇਬੰਦੀ ਵੱਲੋਂ ਦਿੱਤੇ ਜਾ ਰਹੇ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਵੇਂ ਜਥੇਬੰਦੀਆਂ ਵੱਲੋਂ ਸੂਬੇ ਦੇ 19 ਜ਼ਿਲ੍ਹਿਆਂ ਦੇ ਵਿੱਚ 103 ਥਾਵਾਂ ਤੇ ਬਿਜਲੀ ਬੋਰਡ ਦੇ ਮੂਹਰੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉਧਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਰਾਜੇਵਾਲ ਸਮੇਤ ਹੋਰ ਜਥੇਬੰਦੀਆਂ ਨੇ ਪਾਣੀ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਰਾਜੇਵਾਲ ਨੇ ਕਿਹਾ ਕਿ ਪਾਣੀ, ਵਾਤਾਵਰਣ ਤੇ ਫੈਡਰਲ ਸਿਸਟਮ ਨੂੰ ਬਚਾਉਣ ਦੇ ਲਈ ਆਉਂਦੀ 5 ਅਗਸਤ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਪ੍ਰਦਰਸ਼ਨ ਕਰਾਂਗੇ। ਕਿਸਾਨ 5 ਅਗਸਤ ਨੂੰ ਚੰਡੀਗੜ੍ਹ ਪਹੁੰਚਣਗੇ। ਇਹ ਧਰਨਾ ਕਹਿੰਦੇ ਪਿਛਲੇ ਸਾਲ ਸ਼ੁਰੂ ਕਰਨਾ ਸੀ, ਪਰ ਜ਼ੀਰਾ ਮੋਰਚਾ ਤੇ ਕੌਮੀ ਇਨਸਾਫ ਮੋਰਚਾ ਲੱਗਣ ਕਰਕੇ ਸਾਨੂੰ ਕਈ ਵਾਰੀ ਮੁਲਤਵੀ ਕਰਨਾ ਪਿਆ। ਹੁਣ 5 ਅਗਸਤ ਨੂੰ ਵੱਡਾ ਇਕੱਠ ਹੋ ਕੇ ਰਹੇਗਾ। ਇਸ ਦੀ ਰੂਪਰੇਖਾ ਤਿਆਰ ਕਰਨ ਦੇ ਲਈ 15 ਜੂਨ ਨੂੰ ਕਿਸਾਨ ਭਵਨ ਦੇ ਵਿੱਚ ਫਿਰ ਮੀਟਿੰਗ ਰੱਖੀ ਗਈ ਹੈ। ਜੁਲਾਈ ਮਹੀਨੇ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਰੈਲੀਆਂ ਹੋਣਗੀਆਂ, ਫਿਰ ਵੱਡਾ ਕਾਫਲਾ ਲੈ ਕੇ 5 ਅਗਸਤ ਨੂੰ ਚੰਡੀਗੜ੍ਹ ਇਹ ਕਿਸਾਨ ਪਹੁੰਚਣਗੇ। ਕੇਂਦਰ ਸਰਕਾਰ ਨੇ ਕਹਿੰਦੇ ਜਿਹੜਾ ਐਮਐਸਪੀ ਤੇ ਵਾਅਦਾ ਕੀਤਾ ਉਸ ਦੀ ਨਿਖੇਧੀ ਕਰਦੇ ਆ ਕਿਉਂਕਿ ਸਰਕਾਰ ਐਮਐਸਪੀ ਤੇ ਫਸਲ ਤਾਂ ਖਰੀਦਦੀ ਨਹੀਂ, ਫਿਰ ਐਮਐਸਪੀ ਵਧਾਉਣ ਦਾ ਕੀ ਫਾਇਦਾ। ਤੇ ਇੱਕ ਨਵਾਂ ਮੁੱਦਾ ਨਸ਼ਹਿਰਾ ਪੰਨੂਆਂ 'ਚ ਤਰਨਤਾਰਨ ਜ਼ਿਲ੍ਹੇ 'ਚ ਲਾਲਜੀਤ ਭੁੱਲਰ ਮੰਤਰੀ ਨੇ ਇਹਨਾਂ ਨੇ ਉੱਥੇ ਇਕੱਠ ਕਰਕੇ ਗੁੰਡਾਗਰਦੀ ਕੀਤੀ ਹੈ। ਜਿਹੜੇ ਕਿਸਾਨ ਸੀ ਧਰਨੇ ਤੇ ਬੈਠੇ ਉਹਨਾਂ ਦੇ ਪੁਤਲੇ ਫੂਕ ਕੇ ਉਹਨਾਂ ਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਵੀ ਕੋਈ ਝਗੜਾ ਹੋਵੇ। ਸ਼ਾਂਤੀ ਰਹਿ ਗਈ। ਸਾਡੇ ਆਗੂਆਂ ਦੀ
ਸ਼ਰਮੇ ਦੀ ਵਜ੍ਹਾ ਕਰਕੇ ਤੋ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਤੇ ਇਹ ਅੱਜ ਇਹੀ ਫੈਸਲੇ ਕੀਤੇ ਔਰ ਇਹ ਹੈਗਾ ਜਿਹੜੀਆਂ ਕਾਨਫਰੰਸਾਂ ਨੇ ਉਹ 10 ਤੋਂ 20 ਜੁਲਾਈ ਦੇ ਦਰਮਿਆਨ ਸਾਰੇ ਪੰਜਾਬ ਵਿੱਚ ਕੀਤੀਆਂ ਜਾਣਗੀਆਂ। ਹਾਂ, ਅੱਛਾ, ਅਜੀਤ ਅਖਬਾਰ ਤੇ ਜਿਹੜਾ ਧੱਕਾ ਕੀਤਾ ਹੈ ਉਹਦੀ ਅਸੀਂ ਅਜੀਤ ਅਖਬਾਰ ਦੇ ਨਾਲ ਖੜੇ ਹਾਂ ਔਰ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਦਾ ਵੀ ਮਤਾ ਪਾਸ ਕੀਤਾ ਹੈ। ਸਾਰੀਆਂ ਜਥੇਬੰਦੀਆਂ ਨੇ। ਇਹ ਅੱਜ ਦੇ ਸਾਡੇ ਫੈਸਲੇ ਨੇ। ਹੁਣ ਤੁਹਾਡਾ ਕੋਈ ਸਵਾਲ ਹੈ? ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ, ਇੱਕ ਦੇਸ਼ ਵਿੱਚ ਐਮਐਸਪੀ ਕਿਵੇਂ ਲਾਗੂ ਹੋ ਸਕਦੀ ਹੈ? ਕੇਰਲਾ ਦੀ ਸਮੱਸਿਆ ਹੋਰ ਹੈ, ਪੰਜਾਬ ਦੀ ਹੋਰ ਹੈ, ਬੰਗਾਲ ਦੀ ਹੋਰ ਹੈ, ਤੁਸੀਂ ਕਿਵੇਂ ਇਸ ਤੇ ਐਮਐਸਪੀ ਲਾਗੂ ਕਰਵਾਓਗੇ? ਐਮਐਸਪੀ ਸਰਕਾਰ ਕਾਨੂੰਨ ਬਣਾਏ ਵੀ ਜਿਹੜੀ ਐਮਐਸਪੀ ਤੈਅ ਹੋ ਗਈ ਉਹ ਤੇ ਘੱਟ ਕੀਮਤ ਤੇ ਜੇ ਕੋਈ ਵਪਾਰੀ ਵੀ ਖਰੀਦੇ, ਕੋਈ ਵੀ ਖਰੀਦੇ, ਦੈਟ ਵਿਲ ਬੀ ਐਨ ਆਫੈਂਸ। ਉਨੀ ਦੇਰ ਤੱਕ ਐਮਐਸਪੀ ਮਿਥਣ ਦਾ ਕੋਈ ਹੈ ਨਹੀਂ, ਕੋਈ ਰਹਿ ਨਹੀਂ ਜਾਂਦਾ। ਕੁਝ ਤੁਸੀਂ ਕਹਿ ਦਿਓ 10,000 ਮਿੱਤੀ ਖਰੀਦੇ, ਕੋਈ ਹੈ ਨਾ, ਉਹਦਾ ਕੋਈ ਤੁਕ ਨਹੀਂ। ਭਾਵੇਂ ਅਲੱਗ-ਅਲੱਗ ਮੁੱਦੇ ਨੇ ਪਰ ਐਮਐਸਪੀ ਤਾਂ ਸਰਕਾਰ, ਕੇਂਦਰ ਸਰਕਾਰ ਤੈਅ ਕਰਦੀ ਹੈ ਨਾ। ਹਰ ਸਟੇਟ ਦੀ ਕਿਸੇ ਨਾ ਕਿਸੇ ਪ੍ਰੋਡਿਊਸ ਦੀ ਐਮਐਸਪੀ ਹੈ, ਪਰ ਐਮਐਸਪੀ ਖਰੀਦ ਨਹੀਂ ਕਰਦੇ ਜਦੋਂ, ਫਿਰ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਹਰਿਆਣਾ ਦੇ ਵਿੱਚ ਸੂਰਜਮੁਖੀ ਦੀ ਫਸਲ ਐਮਐਸਪੀ ਤੇ ਖਰੀਦਣ ਨੂੰ ਲੈ ਕੇ ਜਿਹੜੇ ਕਿਸਾਨ ਧਰਨਾ ਦੇ ਰਹੇ ਸੀ ਉਹਨਾਂ ਤੇ ਜਿਹੜਾ ਲਾਠੀ ਚਾਰਜ ਕੀਤਾ ਗਿਆ ਉਸ ਦੀ ਨਿੰਦਿਆ ਵੀ ਰਾਜੇਵਾਲ ਨੇ ਕੀਤੀ ਹੈ ਅਤੇ ਕਿਹਾ ਕਿ ਅਸੀਂ ਹਰਿਆਣਾ ਦੇ ਕਿਸਾਨਾਂ ਦੇ ਨਾਲ ਹਾਂ, ਜਦੋਂ ਕਹਿਣਗੇ ਸਹਿਯੋਗ ਕਰਾਂਗੇ। ਇਸ ਤੋਂ ਇਲਾਵਾ ਉਹਨਾਂ ਨੇ ਦਿੱਲੀ ਦੇ ਵਿੱਚ ਭਲਵਾਨਾਂ ਦੇ ਧਰਨੇ ਦੇ ਸਮਰਥਨ ਦਾ ਵੀ ਜਿਹੜਾ ਜਾਣਕਾਰੀ ਦਿੱਤੀ ਕਿ ਸਾਡੀ ਜਥੇਬੰਦੀ ਲਗਾਤਾਰ ਸਮਰਥਨ ਕਰ ਰਹੀ ਹੈ ਤੇ ਨਾਲ ਹੀ ਅਜੀਤ ਅਖਬਾਰ ਦੇ ਨਾਲ ਖੜੇ ਹੋਣ ਦੀ ਵੀ ਸਹਿਮਤੀ ਜਤਾਈ ਤੇ ਸਰਕਾਰ ਦੀ ਕਾਰਵਾਈ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ। ਤੇ ਹੁਣ ਅਸੀਂ ਫੈਸਲਾ ਕੀਤਾ ਵੀ 5 ਅਗਸਤ ਨੂੰ ਇੱਥੇ ਇੱਕ ਵੱਡਾ ਇਕੱਠ ਕਰਕੇ ਸਰਕਾਰ ਨੂੰ ਫੇਰ ਨੋਟਿਸ ਦੇ ਕੇ ਉਹ ਮੋਰਚਾ ਜਿਹੜਾ ਹੈ ਸ਼ੁਰੂ ਕੀਤਾ ਜਾਏਗਾ। ਪਾਣੀਆਂ ਦੇ ਮੁੱਦੇ ਤੇ, ਫੈਡਰਲ ਸਿਸਟਮ ਤੇ, ਐਨਵਾਇਰਨਮੈਂਟ ਤੇ, ਇਹ ਤਿੰਨਾਂ ਇਸ਼ੂਜ਼ ਦੇ ਉੱਤੇ ਅਸੀਂ ਨਵੇਂ ਸਿਰੇ ਤੋਂ ਨੋਟਿਸ ਦੇ ਕੇ ਸਰਕਾਰ ਨੂੰ ਪਾਣੀਆਂ ਦੇ ਮੁੱਦੇ ਤੇ ਮੋਰਚਾ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ। ਔਰ ਉਹਦੇ ਲਈ ਅਸੀਂ ਤਿਆਰੀ ਕਰਨ ਵਾਸਤੇ ਇਹ ਵੀ ਕੀਤਾ ਵੀ ਅਸੀਂ 15 ਜੂਨ ਨੂੰ ਇੱਥੇ ਇੱਕ ਮੀਟਿੰਗ ਹੋਏਗੀ ਜਿਹਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੋਈ 10 ਕੁ ਵੱਡੀਆਂ ਕਾਨਫਰੰਸਾਂ ਕਰਕੇ ਇਹ ਮੋਰਚੇ ਦੀ ਤਿਆਰੀ ਕਰਾਂਗੇ। ਔਰ ਇਹ ਵੀ ਅੱਜ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਹੈ ਵੀ ਜਿਹੜਾ ਸਰਕਾਰ ਨੇ ਐਮਐਸਪੀ ਡਿਕਲੇਅਰ ਕੀਤੀ ਹੈ, ਐਮਐਸਪੀ ਬਿਨਾਂ ਪ੍ਰੋਕਿਉਰਮੈਂਟ ਤੋਂ ਉਹਦਾ ਮਤਲਬ ਕੋਈ ਨਹੀਂ। ਤੁਸੀਂ ਕੁਝ ਵੀ ਅਨਾਉਂਸ ਕਰ ਦਿਓ, ਜੇ ਖਰੀਦ ਨਹੀਂ ਕਰਨੀ ਤਾਂ ਉਹਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਔਰ ਜਿੰਨੀ ਦੇਰ ਤੱਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਐਮਐਸਪੀ ਤੈਅ ਨਹੀਂ ਹੁੰਦੀ, ਕਿਸਾਨਾਂ ਦਾ ਕੁਝ ਸੌਰਨਾ ਨਹੀਂ। ਅਸੀਂ ਇਹਨਾਂ ਸਰਕਾਰ ਵੱਲੋਂ ਜਿਹੜੀ ਐਮਐਸਪੀ ਤੈਅ ਕੀਤੀ ਹੋਈ ਹੈ ਉਹਨੂੰ ਰੱਦ ਕਰਦੇ ਹਾਂ। ਇਹ ਵੀ ਅੱਜ ਡਿਸਕਸ ਕੀਤਾ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਐਮਐਸਪੀ ਮੰਗਦੇ ਕਿਸਾਨਾਂ ਤੇ ਲਾਠੀਚਾਰਜ ਹੋਇਆ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ, ਉਹਦੀ ਅਸੀਂ ਨਿੰਦਾ ਹੀ ਨਹੀਂ ਕਰਦੇ। ਅਸੀਂ ਉਹਨਾਂ ਕਿਸਾਨਾਂ ਦੇ ਨਾਲ ਹਾਂ। ਜੋ ਪ੍ਰੋਗਰਾਮ ਅਗਲਾ ਉਲੀਕਿਆ ਜਾਊਗਾ ਸਾਰੇ ਮਿਲਣਗੇ, ਅਸੀਂ ਉਹਦੇ ਵਿੱਚ ਨਾਲ ਸ਼ਾਮਲ ਹੋਵਾਂਗੇ। ਇਹ ਵੀ ਅੱਜ ਡਿਸਕਸ ਕੀਤਾ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਐਮਐਸਪੀ ਮੰਗਦੇ ਕਿਸਾਨਾਂ ਤੇ ਲਾਠੀਚਾਰਜ ਹੋਇਆ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ, ਉਹਦੀ ਅਸੀਂ ਨਿੰਦਾ ਹੀ ਨਹੀਂ ਕਰਦੇ। ਅਸੀਂ ਉਹਨਾਂ ਕਿਸਾਨਾਂ ਦੇ ਨਾਲ ਹਾਂ। ਜੋ ਪ੍ਰੋਗਰਾਮ ਅਗਲਾ ਉਲੀਕਿਆ ਜਾਊਗਾ ਸਾਰੇ ਮਿਲਣਗੇ, ਅਸੀਂ ਉਹਦੇ ਵਿੱਚ ਨਾਲ ਸ਼ਾਮਲ ਹੋਵਾਂਗੇ। ਤੇ ਇਹ ਵੀ ਜਿਹੜੇ ਹੈਗੇ ਦਿੱਲੀ ਵਿੱਚ ਪਹਿਲਵਾਨਾਂ ਦਾ ਜਿਹੜਾ ਮੋਰਚਾ ਚੱਲਦਾ, ਅਸੀਂ 2 ਵਾਰ ਉੱਥੇ ਜਾ ਵੀ ਆਏ ਵੱਡਾ ਇਕੱਠ ਕਰਕੇ ਲੈ ਕੇ ਮੋਰਚੇ ਦੀ ਹਮਾਇਤ ਲਈ। ਉਹ ਜਦੋਂ ਵੀ ਸਾਨੂੰ ਕਹਿਣਗੇ ਅਸੀਂ ਉਸ ਮੋਰਚੇ ਦੇ ਵਿੱਚ ਉਹਨਾਂ ਦੀ ਮਦਦ ਲਈ ਫੇਰ ਵੀ ਜਾਵਾਂਗੇ। ਕਿਸਾਨਾਂ ਦੇ ਨਾਲ ਜੁੜੀ ਤੀਜੀ ਖਬਰ ਵੀ ਪੰਜਾਬ ਤੋਂ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਦੇ ਮੂਹਰੇ ਬੰਦ ਪਏ ਕਨੈਕਸ਼ਨਾਂ ਤੇ ਲੱਗ ਰਿਹਾ ਕਮਰਸ਼ੀਅਲ ਚਾਰਜ ਲਾਉਣਾ ਬੰਦ ਕਰਨ ਸਮੇਤ ਹੋਰ ਕਈ ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ। ਇਸ ਧਰਨੇ ਦੀ ਅਗਵਾਈ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕੀਤੀ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਦੇ ਲਈ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਨੇ। ਅਜਿਹੇ ਵਿੱਚ ਹੁਣ 126 ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਵਾਪਸ ਲੈਣ ਦੇ ਲਈ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਚਰਨਪਾਲ ਸਿੰਘ ਬਗਦੀ ਅਤੇ ਡਾਕਟਰ ਗੁਰਜੀਤ ਕੌਰ ਜੱਸੜ ਦੇ ਰਾਹੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹਰਿਆਣਾ ਦੇ ਕਿਸਾਨਾਂ ਨੂੰ ਲੈ ਕੇ ਵੀ ਇੱਕ ਵੱਡੀ ਖਬਰ ਹੈ। ਇੱਥੇ ਪਾਣੀ ਬਚਾਉਣ ਨੂੰ ਲੈ ਕੇ ਕਿਸਾਨਾਂ ਨੇ ਵੱਡੀ ਪਹਿਲਕਦਮੀ ਕੀਤੀ ਹੈ। ਸੂਬੇ ਦੇ ਕਿਸਾਨ ਵੀ ਸਰਕਾਰ ਦੇ ਨਾਲ ਪਾਣੀ ਬਚਾਉਣ ਦੀ ਕਵਾਇਦ ਦੇ ਵਿੱਚ ਅੱਗੇ ਆਏ ਨੇ। ਹਰਿਆਣਾ ਦੇ 33,863 ਕਿਸਾਨਾਂ ਨੇ DSR ਯਾਨੀ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਜੋ ਪਿਛਲੇ ਸਾਲ ਦੇ ਨਾਲ ਦੁੱਗਣੇ ਤੋਂ ਵੀ ਵੱਧ ਹੈ। ਇਹਨਾਂ ਕਿਸਾਨਾਂ ਨੇ 2.5 ਲੱਖ ਏਕੜ ਤੋਂ ਵੱਧ ਜ਼ਮੀਨ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਅਪਲਾਈ ਕੀਤਾ ਹੈ। ਦਰਅਸਲ ਸੂਬਾ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਲਈ 12 ਜ਼ਿਲ੍ਹਿਆਂ ਦੀ ਚੋਣ ਕੀਤੀ ਸੀ, ਪਰ 21 ਜ਼ਿਲ੍ਹਿਆਂ ਦੇ ਕਿਸਾਨ ਇਸ ਸਕੀਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਹਿਮਤ ਹੋ ਗਏ ਨੇ। ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਲਈ 80 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਪਰ ਹੁਣ ਕਿਸਾਨਾਂ ਦੀ ਗਿਣਤੀ ਵਧਣ ਕਾਰਨ ਬਜਟ ਵੀ ਵਧਾਉਣਾ ਪੈ ਸਕਦਾ ਹੈ। ਲੁਧਿਆਣਾ ਤੋਂ ਖਬਰ ਹੈ, ਜਿੱਥੇ ਅਦਾਲਤੀ ਕੰਪਲੈਕਸ ਦੇ ਵਿੱਚ ਮਾਲਖਾਨੇ ਦੇ ਬਾਹਰ ਕੂੜੇ ਦੇ ਢੇਰ ਵਿੱਚ ਧਮਾਕੇਦਾਰ ਦਹਿਸ਼ਤ ਫੈਲ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਫਾਈ ਸੇਵਕਾਂ ਦੇ ਵੱਲੋਂ ਕੂੜੇ ਦੇ ਢੇਰ ਨੂੰ ਅੱਗ ਲਾਉਣ ਤੋਂ ਬਾਅਦ ਧਮਾਕਾ ਹੋਇਆ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਦਾਅਵਾ ਕੀਤਾ ਕਿ ਧਮਾਕਾ ਕੱਚ ਦੀ ਬੋਤਲ ਫੁੱਟਣ ਕਰਕੇ ਹੋਇਆ ਹੈ, ਜਿਸ ਦੇ ਟੁਕੜੇ ਸਫਾਈ ਮੁਲਾਜ਼ਮ ਦੇ ਪੈਰਾਂ ਦੇ ਵਿੱਚ ਲੱਗੇ। ਦਰਅਸਲ ਕੋਰਟ ਕੰਪਲੈਕਸ ਦੇ ਵਿੱਚ ਬਣੇ ਸਦਰ ਥਾਣਾ ਦੇ ਮਾਲ ਗੋਦਾਮ ਦੀ ਸਫਾਈ ਚੱਲ ਰਹੀ ਸੀ। ਸਵੇਰੇ ਇੱਕ ਮੁਲਾਜ਼ਮ ਸਫਾਈ ਕਰ ਰਿਹਾ ਸੀ। ਸਬ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਸਫਾਈ ਮੁਲਾਜ਼ਮ ਅਕਸਰ ਕੂੜੇ ਨੂੰ ਅੱਗ ਲਾ ਦਿੰਦੇ ਨੇ ਤੇ ਇੱਥੇ ਵੀ ਅਜਿਹਾ ਹੀ ਹੋਇਆ। ਜਦੋਂ ਕੂੜੇ ਨੂੰ ਅੱਗ ਲਾਈ ਗਈ ਤਾਂ ਉਹਦੇ ਵਿੱਚ ਕੱਚ ਦੀ ਬੋਤਲ ਸੀ। ਤਾਪਮਾਨ ਜ਼ਿਆਦਾ ਹੋਣ ਕਰਕੇ ਉਹ ਫਟ ਗਈ, ਧਮਾਕਾ ਹੋ ਗਿਆ। ਇਸ ਕਰਕੇ ਸਫਾਈ ਮੁਲਾਜ਼ਮ ਹੈ ਜਿਹੜਾ ਉਹ ਜ਼ਖਮੀ ਹੋ ਗਿਆ। ਕੱਚ ਦੇ ਟੁਕੜੇ ਖਿੜਕੀ ਤੇ ਲੱਗਣ ਦੀ ਵਜ੍ਹਾ ਕਰਕੇ ਸ਼ੀਸ਼ੇ ਟੁੱਟ ਗਏ। ਫਿਰ ਵੀ ਸਰਚ ਆਪਰੇਸ਼ਨ ਚਲਾਇਆ ਗਿਆ, ਪਰ ਕੁਝ ਨਹੀਂ ਮਿਲਿਆ। ਬੰਬਨੁਮਾ ਕੋਈ ਚੀਜ਼ ਨਹੀਂ ਮਿਲੀ। ਇਹ ਬੋਤਲ ਕੱਚ ਦੀ ਫਟਣ ਕਰਕੇ ਧਮਾਕਾ ਹੋਇਆ। ਦਰਅਸਲ ਇਸ ਤੋਂ ਪਹਿਲਾਂ 23 ਦਸੰਬਰ 2021 ਨੂੰ ਵੀ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਧਮਾਕਾ ਹੋਇਆ ਸੀ, ਜੋ ਇੱਕ ਸਾਜ਼ਿਸ਼ ਸੀ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਵੀ ਸਰਚ ਆਪਰੇਸ਼ਨ ਚਲਾਇਆ। ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟਾਪ ਨਿਊਜ਼ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਛੇਤੀ ਹੀ ਐਮਰਜੈਂਸੀ ਬੁਲੇਟਿਨ ਦੇ ਨਾਲ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਖਬਰਾਂ ਲੈ ਕੇ ਮਿਲਾਂਗੇ। ਧੰਨਵਾਦ।